ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ। ਪੌੜੀ ਪੰਜਵੀਂ। ਚਾਰ ਜੁਗ ਕਰ ਥਾਪਨਾ, ਸਤਜੁਗ ਤ੍ਰੇਤਾ ਦੁਆਪਰ ਸਾਜੇ। ਚੌਥਾ ਕਲਯੁਗ ਥਾਪਿਆ, ਚਾਰ ਵਰਨ ਚਾਰੋਂ ਕੇ ਰਾਜੇ। ਬ੍ਰਾਹਮਣ ਛਤਰੀ ਵੈਸ ਸੂਦਰ, ਜੁਗ ਜੁਗ ਏਕੋ ਵਰਨ ਬਿਰਾਜੇ। ਸਤਜੁਗ ਹੰਸ ਅਵਤਾਰ ਧਾਰ, ਸੋਹੰ ਬ੍ਰਹਮ ਨਾ ਦੂਜਾ ਪਾਜੇ। ਏਕੋ ਬ੍ਰਹਮ ਵਖਾਣੀਐ, ਮੋਹ ਮਾਇਆ ਤੇ ਬੇਮੁਹਤਾਜੇ। ਕਰਨ ਤਪਸਿਆ ਬਨ ਵਿਖੈ, ਵਖਤ ਗੁਜ਼ਾਰਨ ਪਿੰਨੀ ਸਾਗੇ। ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ। ਇੱਕ ਬਿਨਸੇ ਇੱਕ ਅਸਥਿਰ ਗਾਜੇ, ਇੱਕ ਬਿਨਸੇ ਇੱਕ ਅਸਥਿਰ ਗਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਾਹਿਬ ਕਿਰਪਾਲੂ ਦਿਆਲੂ ਸਤਿਗੁਰੂ ਧੰਨ ਦਾਤਾਰ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ, ਜੋ ਗੁਰੂ ਕੇ ਪਿਆਰੇ ਅਨਿਨ ਸੇਵਕ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਜੋ ਕੁਝ ਰੋਜ਼ ਪਹਿਲਾਂ ਇਹਨਾਂ ਪਾਵਨ ਵਾਰਾਂ ਦੀ ਲੜੀਵਾਰ ਵਿਆਖਿਆ ਰੂਪ ਦੇ ਵਿੱਚ ਪ੍ਰਾਰੰਭਤਾ ਕੀਤੀ ਹੈ, ਸੋ ਅੱਜ ਦੀ ਪਾਵਨ ਵਿਚਾਰ ਦੀ ਪ੍ਰਾਰੰਭਤਾ ਕਰੀਏ। ਜਿਤਨੇ ਜੁੜ ਬੈਠੇ ਹਾਂ, ਸਰਵਣ ਕਰ ਰਹੇ ਹੋ, ਆਓ ਸਾਹਿਬ ਅੱਗੇ ਅਰਦਾਸ ਕਰੋ। ਮਾਲਕ ਜੀ, ਸਾਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ ਆਪਣੇ ਪਿਆਰੇ ਸੇਵਕ ਦੀ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸਮਰੱਥਾ ਸੋਝੀ ਦਿਓ। ਜਿਤਨੇ ਸਰਵਣ ਕਰ ਰਹੇ ਹਾਂ, ਆਓ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਪਿਛਲੇ ਪਹਿਲੀ ਵਾਰ ਦੀਆਂ ਚਾਰ ਪੌੜੀਆਂ ਜਿਹੜੀਆਂ ਨੇ ਉਹ ਆਪਾਂ ਸਰਵਣ ਕੀਤੀਆਂ ਨੇ। ਪਹਿਲੀ ਵਾਰ ਦੀ ਪੰਜਵੀਂ ਪੌੜੀ ਅੰਦਰ ਭਾਈ ਸਾਹਿਬ ਜ਼ਿਕਰ ਕਰਦੇ ਨੇ, ਚਾਰ ਯੁਗ ਕਰ ਥਾਪਨਾ, ਸਤਜੁਗ ਤ੍ਰੇਤਾ ਦੁਆਪਰ ਸਾਜੇ। ਉਸ ਕਰਤਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੇ ਜਿਸ ਤਰ੍ਹਾਂ ਪਿਛਲੀ ਪੌੜੀ 'ਚ ਵੀ ਜ਼ਿਕਰ ਕੀਤਾ ਸੀ, ਓੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ। ਉਹਨੇ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ਜਿਹੜਾ ਹੈ ਏਕ ਕਵਾਉ, ਇੱਕ ਸ਼ਬਦ ਤੋਂ ਕੀਤਾ ਹੈ। ਸੋ ਇਸ ਪਸਾਰੇ ਦੇ ਅੰਦਰ ਉਹਨੇ ਕੀ ਸਾਜਿਆ ਹੈ, ਕਿਸ ਪ੍ਰਕਾਰ ਉਹਨੇ ਇਹ ਸੋਹਣੀ ਸਮੇਂ ਦੀ ਵੰਡ ਜਾਂ ਇਹ ਸੋਹਣੀ ਸ੍ਰਿਸ਼ਟੀ ਦੀ ਰਚਨਾ ਕੀਤੀ। ਤਾਂ ਅੱਜ ਕਿਰਪਾ ਕਰਦੇ ਕਿ ਚਾਰ ਯੁਗ ਕਰ ਥਾਪਨਾ, ਉਸ ਪਰਿਪੂਰਨ ਪਰਮੇਸ਼ਰ ਨੇ ਇਹ ਚਾਰ ਯੁੱਗਾਂ ਨੂੰ ਥਾਪ ਕੇ, ਜਿਨ੍ਹਾਂ ਦੇ ਸਤਯੁਗ ਤ੍ਰੇਤਾ ਦੁਆਪਰ ਸਾਜੇ। ਇਹ ਸਤਯੁਗ ਤ੍ਰੇਤਾ ਅਤੇ ਦੁਆਪਰ ਇਹ ਜਿਹੜੇ ਹਨ ਇਹ ਸਾਜੇ ਨੇ। ਪਰ ਇੱਕ ਗੱਲ ਪਹਿਲਾਂ ਸਪਸ਼ਟ ਕਰ ਲਈਏ, ਪਰਮਾਤਮਾ ਨੇ ਕਿਸੇ ਵੀ ਸਮੇਂ ਦੀ ਵੰਡ ਨਹੀਂ ਕੀਤੀ ਹੈ। ਭਾਵ ਕਿ ਉਹਨੇ ਕੋਈ ਐਸਾ ਸਮਾਂ ਜਿਹੜਾ ਉਹ ਵੰਡਿਆ ਨਹੀਂ, ਨਾ ਉਹਨੇ ਵਰਨ ਵੰਡ ਕੀਤੀ, ਨਾ ਉਹਨੇ ਸਮੇਂ ਦੀ ਵੰਡ ਕੀਤੀ, ਨਾ ਉਹਨੇ ਕਿਸੇ ਪ੍ਰਕਾਰ ਦੀ ਸੰਸਾਰ 'ਤੇ ਕੋਈ ਵਿਤਕਰੇ ਦੀ ਭਾਵਨਾ ਪੈਦਾ ਕੀਤੀ। ਭਾਈ ਸਾਹਿਬ ਜੀ ਇਹਨਾਂ ਪ੍ਰਾਰੰਭਤਾ ਦੀਆਂ ਕੁਝ ਪੌੜੀਆਂ ਦੇ ਅੰਦਰ ਜੋ ਸੰਸਾਰਿਕ ਲੋਕਾਂ ਦੇ ਮਤ ਸਨ, ਜੋ ਸੰਸਾਰੀ ਲੋਕਾਂ ਦੇ ਖਿਆਲਾਤ ਦੇ ਅੰਦਰ ਸਮੇਂ ਦੀ ਵੰਡ ਸੀ, ਮਜ਼ਹਬਾਂ ਦੀ ਵੰਡ ਸੀ, ਵਰਨਾਂ ਦੀ ਵੰਡ ਸੀ, ਜਾਂ ਇੰਜ ਕਹਿ ਦਈਏ ਕਿ ਅਵਤਾਰਾਂ ਦੀ ਵੰਡ ਸੀ, ਉਹਦਾ ਜ਼ਿਕਰ ਕਰਦੇ ਨੇ ਕਿ ਸਮੇਂ ਦੇ ਉੱਤੇ ਕਿਸ ਤਰ੍ਹਾਂ ਦੀ ਵੰਡ ਜਿਹੜੀ ਇਸ ਧਰਤੀ 'ਤੇ ਪ੍ਰਚਲਿਤ ਸੀ। ਅਗਾਂਹ ਚੱਲ ਕੇ ਗੁਰਮਤਿ ਦਾ ਕੀ ਖਿਆਲ ਹੈ ਉਹ ਜ਼ਿਕਰ ਕਰਨਗੇ।
ਸੋ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਸਤਜੁਗ, ਤ੍ਰੇਤਾ, ਦੁਆਪਰ, ਸਾਜੇ, ਇਹ 4 ਯੁੱਗਾਂ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚ ਪਹਿਲਾ ਸਤਜੁਗ, ਫਿਰ ਤ੍ਰੇਤਾ, ਫਿਰ ਦੁਆਪਰ ਹੈ। ਚੌਥਾ ਕਲਯੁਗ ਥਾਪਿਆ, 4 ਵਰਨ ਚਾਰੋਂ ਕੇ ਰਾਜੇ, ਫਿਰ ਚੌਥਾ ਜਿਹੜਾ ਸੀ ਉਹ ਕਲਯੁਗ ਬਣਾਇਆ। ਇਹ ਚਾਰੇ ਵਰਨ ਜਿਹੜੇ ਸੀ ਇਹ ਚਾਰਾਂ ਦੇ ਰਾਜੇ ਬਣ ਗਏ। ਭਾਵ ਅੱਗੇ ਫਿਰ 4 ਵਰਨ ਬਣੇ, 4 ਯੁੱਗ ਸਨ। ਚਾਰਾਂ ਯੁੱਗਾਂ ਦੇ ਵਿੱਚ ਹਰ ਇੱਕ ਯੁੱਗ ਦਾ ਇੱਕ ਵਰਨ ਜਿਹੜਾ ਸੀ ਉਹ ਉਸ ਵਰਨ ਦਾ ਰਾਜਾ ਬਣ ਗਿਆ। ਭਾਵ ਇੱਕ ਵਰਨ ਦੇ ਵਿੱਚ ਇੱਕ ਅਵਤਾਰ ਹੋਇਆ, ਉਹ ਜਿਹੜੇ ਯੁੱਗ ਦੇ ਵਿੱਚ ਹੋਇਆ ਉਸ ਯੁੱਗ ਦਾ ਉਹ ਰਾਜਾ ਜਿਹੜਾ ਸੀ ਉਹ ਵਰਨ ਦਾ ਉਹ ਅਵਤਾਰ ਹੋ ਗਿਆ, ਉਹ ਮੁਖੀ ਹੋ ਗਿਆ, ਉਹਦਾ ਰਾਜਾ ਬਣ ਗਿਆ। ਸੋ ਇਸ ਤਰ੍ਹਾਂ ਕਹਿੰਦੇ 4 ਵਰਨ ਚਾਰੋਂ ਕੇ ਰਾਜੇ, 4 ਵਰਨ ਬਣੇ ਤੇ ਚਾਰੇ ਵਰਨ ਇਹਨਾਂ 4 ਯੁੱਗਾਂ ਦੇ ਰਾਜੇ ਬਣ ਗਏ। ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ, ਜੁਗ ਜੁਗ ਏਕੋ ਵਰਨ ਬਿਰਾਜੇ। ਕਿਹੜੇ ਕਿਹੜੇ 4 ਵਰਨ ਬਣੇ, ਜਿਨ੍ਹਾਂ ਦੇ ਵਿੱਚ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ ਅਤੇ ਵੈਸ਼ ਹੈ। ਇਹ ਜੁਗ ਜੁਗ ਏਕੋ ਵਰਨ ਬਿਰਾਜੇ, ਭਾਵ ਕਿ ਚਾਰੇ ਯੁੱਗਾਂ ਦੇ ਵਿੱਚ ਵਰਨ ਵੰਡ ਬੇਸ਼ੱਕ ਹੋਈ, ਯੁੱਗਾਂ ਦੀ ਸਮੇਂ ਦੀ ਵੰਡ ਬੇਸ਼ੱਕ ਹੋਈ, ਪਰ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ 4 ਵਰਨ ਚਾਰੋਂ ਕੇ ਰਾਜਿਆਂ ਨੂੰ ਥਾਪ ਕਰਕੇ ਜੁਗ ਜੁਗ ਏਕੋ ਵਰਨ ਬਿਰਾਜੇ, ਉਹ ਚਾਰਾਂ ਯੁੱਗਾਂ ਦੇ ਵਿੱਚ ਇੱਕ ਰੂਪ ਹੋ ਕਰਕੇ ਬਿਰਾਜਿਆ। ਭਾਵ ਸਪਸ਼ਟ ਹੈ ਕਿ ਬੇਸ਼ੱਕ ਮਨੁੱਖਾਂ ਨੂੰ ਵਰਨ ਵੰਡ ਬਹੁਤ ਕੁਝ ਹੋਇਆ, ਪਰ ਪਰਮਾਤਮਾ ਨੂੰ ਨਹੀਂ ਵੰਡਿਆ ਗਿਆ। ਉਹ ਚਾਰੇ ਯੁੱਗਾਂ ਦੇ ਵਿੱਚ ਇੱਕ ਹੀ ਰੂਪ ਧਾਰਨ ਕਰਕੇ ਇੱਕ ਹੀ ਤਰ੍ਹਾਂ ਦੇ ਨਾਲ ਉਹ ਕਰਤਾ ਪਰਮੇਸ਼ਰ ਜਿਹੜਾ ਹੈ ਉਹ ਇਸ ਧਰਤੀ ਦੇ ਉੱਤੇ ਆਦਿ ਦੇ ਅੰਦਰ, ਮੱਧ ਦੇ ਅੰਦਰ, ਅੰਤ ਦੇ ਅੰਦਰ ਉਹ ਸੱਚ ਸਰੂਪ ਹੋ ਕਰਕੇ ਹੀ ਪਰਿਪੂਰਨ ਪਰਮਾਤਮਾ ਜਿਹੜਾ ਉਹ ਬਿਰਾਜਮਾਨ ਹੈ। ਅੱਜ ਵੀ ਬਿਰਾਜਮਾਨ, ਪਹਿਲਾਂ ਵੀ ਉਹ ਸੱਚ ਸਰੂਪ ਸੀ। ਤੇ ਰੋਜ਼ ਸਿੱਖ ਪੜ੍ਹਦਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਪਹਿਲਾਂ ਵੀ ਸੱਚ ਸਰੂਪ ਸੀ, ਅੱਜ ਵੀ ਸੱਚ ਸਰੂਪ ਹੈ, ਇਸ ਤੋਂ ਉਪਰੰਤ ਵੀ ਉਹ ਸੱਚ ਸਰੂਪ ਇੱਕ ਰੂਪ ਦੇ ਵਿੱਚ ਰਹੇਗਾ। ਉਹਨੇ ਸਮੇਂ ਦੇ ਅਨੁਸਾਰ ਆਪਣੇ ਰੂਪ ਜਿਹੜੇ ਹਨ ਉਹ ਨਹੀਂ ਬਦਲੇ ਹਨ। ਸਤਜੁਗ ਹੰਸ ਅਵਤਾਰ ਧਰ, ਸੋਹੰ ਬ੍ਰਹਮ ਨਾ ਦੂਜਾ ਪਾਜੇ। ਸਤਜੁਗ ਦੇ ਅੰਦਰ ਹੰਸਾ ਅਵਤਾਰ ਧਾਰ ਕੇ, ਕਿਉਂਕਿ ਸਤਜੁਗ ਦੇ ਅੰਦਰ ਜਿਹੜਾ ਅਵਤਾਰ ਉਹਨੂੰ ਹੰਸਾ ਅਵਤਾਰ, ਉਹਨੂੰ ਅੰਸਾ ਅਵਤਾਰ ਕਰਕੇ ਵੀ ਜ਼ਿਕਰ ਕੀਤਾ ਗ੍ਰੰਥਾਂ ਨੇ। ਉਹਦੇ ਅੰਦਰ ਸਤਜੁਗ 'ਚ ਕੀ ਕਿਹਾ ਗਿਆ? ਸੋਹੰ ਬ੍ਰਹਮ, ਸੋ ਭਾਵ ਕਿ ਉਹ, ਹੰ ਉਹ ਜਿਹੜਾ ਬ੍ਰਹਮ ਹੈ, ਹੰ ਅਸੀਂ ਹਾਂ, ਜਿਹਨੂੰ ਇਸ ਤਰ੍ਹਾਂ ਜ਼ਿਕਰ ਕਰਦੇ ਸੀ ਕਿ ਅਹਮ ਬ੍ਰਹਮਾਸਮੀ ਜਗਤ ਮਿਥਿਆ, ਕਿ ਮੈਂ ਹੀ ਬ੍ਰਹਮ ਹਾਂ। ਸੋ ਇਸ ਤਰ੍ਹਾਂ ਉਸ ਬ੍ਰਹਮ ਦਾ ਪਤਾ ਦੱਸਿਆ ਕਿ ਤੂੰ ਹੀ ਬ੍ਰਹਮ ਹੈ, ਤੇਰੇ ਅੰਦਰ ਹੀ ਉਹਦੀ ਜੋਤ ਹੈ, ਤੂੰ ਹੀ ਪਰਮਾਤਮ ਸਰੂਪ ਹੈ, ਨਾ ਦੂਜਾ ਪਾਜੇ। ਸਤਜੁਗ ਦੇ ਅੰਦਰ ਹੰਸਾ ਅਵਤਾਰ ਉਸ ਸਮੇਂ ਦਾ, ਉਸ ਯੁੱਗ ਦਾ ਰਾਜਾ ਹੈ, ਤੇ ਜੋ ਦੁਨੀਆ 'ਚ ਖਿਆਲ ਪੈਦਾ ਕੀਤਾ ਗਿਆ ਤੂੰ ਹੀ ਬ੍ਰਹਮ ਹੈ ਤੇ ਨਾ ਦੂਜਾ ਪਾਜੇ। ਫਿਰ ਕਿਸੇ ਹੋਰ ਦੂਜੇ ਦਾ ਪਾਖੰਡ ਜਿਹੜਾ ਸੀ, ਦੂਜੇ ਦੀ ਵਿਆਖਿਆ ਜਿਹੜੀ ਸੀ, ਦੂਸਰੇ ਦੀ ਕੋਈ ਫਿਲਾਸਫੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ। ਭਾਵ ਕਿ ਕਿਸੇ ਦੂਜੇ ਦੀ ਪੂਜਾ ਜਿਹੜੀ ਸੀ ਉਹ ਖਤਮ ਹੋ ਗਈ, ਕੋਈ ਦੂਸਰੀ ਤਰ੍ਹਾਂ ਦਾ ਪਖੰਡ ਖਤਮ ਹੋ ਗਿਆ। ਜਦੋਂ ਦੁਨੀਆ ਨੂੰ ਇਹ ਉਪਦੇਸ਼ ਦੇ ਦਿੱਤਾ ਤੂੰ ਹੀ ਪਰਮਾਤਮ ਸਰੂਪ ਹੈ, ਪਰਮਾਤਮਾ ਦੇ ਨਿਮਿਤ ਜਿਤਨੇ ਪਾਖੰਡ ਕੀਤੇ ਜਾਂਦੇ ਸੀ ਉਹ ਸਾਰੇ ਜਿਹੜੇ ਸਨ ਖਤਮ ਹੋ ਗਏ। ਤੋ ਇਸ ਤਰ੍ਹਾਂ ਏਕੋ ਬ੍ਰਹਮ ਵਖਾਣੀ ਹੈ, ਮੋਹ ਮਾਇਆ ਤੇ ਬੇਮੁਹਤਾਜੇ। ਲੋਕ ਕੇਵਲ ਇੱਕ ਬ੍ਰਹਮ ਨੂੰ ਆਖਦੇ ਸਨ। ਜੋ ਸਤਜੁਗ ਦੇ ਸਮੇਂ ਸਨ, ਜੋ ਉਸ ਵਕਤ ਦੁਨੀਆ ਜਿਸ ਆਨੰਦ ਦੇ ਵਿੱਚ ਜਿਉਂਦੀ ਸੀ, ਉਹਦੀ ਤਸਵੀਰ ਖਿੱਚਦੇ ਨੇ ਕਿ ਹਰ ਇੱਕ ਜੀਵ ਜਿਹੜਾ ਕੇਵਲ ਜਦੋਂ ਉਹਨੂੰ ਸਮਝ ਆ ਗਈ ਸੋਹੰ ਬ੍ਰਹਮ, ਮੈਂ ਹੀ ਬ੍ਰਹਮ ਸਰੂਪ ਹਾਂ, ਫਿਰ ਇੱਕੋ ਬ੍ਰਹਮ ਵਖਾਣੀ ਹੈ। ਫਿਰ ਸਾਰੇ ਕੇਵਲ ਇੱਕ ਬ੍ਰਹਮ ਦੀ ਹੀ ਵਿਆਖਿਆ ਕਰਦੇ ਸਨ, ਇੱਕ ਬ੍ਰਹਮ ਦਾ ਹੀ ਵਿਖਿਆਨ ਕਰਦੇ ਸਨ, ਇੱਕ ਬ੍ਰਹਮ ਨੂੰ ਹੀ ਜਾਣਦੇ ਸਨ, ਪਹਿਚਾਣਦੇ ਸਨ। ਤੇ ਜੀਵਨ ਕੈਸਾ ਉੱਚਾ ਹੋ ਗਿਆ ਸੀ ਕਿ ਮੋਹ ਮਾਇਆ ਤੇ ਬੇਮੁਹਤਾਜੇ, ਮੋਹ ਤੋਂ ਮਾਇਆ ਤੋਂ ਬਿਲਕੁਲ ਬੇਮੁਹਤਾਜ ਹੋ ਗਏ ਜੀਵ ਜਿਹੜੇ ਸਨ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਮੋਹ, ਫਿਰ ਮਾਇਆ ਦਾ ਮੋਹ, ਭਾਵ ਸਰੀਰਾਂ ਦਾ ਮੋਹ, ਪਦਾਰਥਾਂ ਦਾ ਮੋਹ, ਇਹ ਸਾਰਾ ਮਾਇਆ ਰੂਪ ਹੈ। ਮੋਹ ਮਾਇਆ ਤੇ ਮੋਹ ਤੋਂ ਵੀ ਬੇਮੁਹਤਾਜ ਹੋ ਗਏ ਤੇ ਮਾਇਆ ਦੀ ਪਕੜ ਤੋਂ ਵੀ ਬੇਮੁਹਤਾਜ ਹੋ ਗਏ, ਕਿਉਂਕਿ ਇੱਕ ਅਰਥ ਅੰਦਰ ਇਹ ਸਾਰੀ ਮਾਇਆ ਹੈ, ਇੱਕ ਅਰਥ ਦੇ ਅੰਦਰ ਜਿਸ ਦੇ ਨਾਲ ਸੰਸਾਰ ਦਾ ਲੈਣ ਦੇਣ, ਵਿਵਹਾਰ, ਗੁਜ਼ਰਾਨ ਕਰਦੇ ਹਾਂ ਜੀਵਨ ਦਾ, ਉਹ ਵੀ ਜੀਵਨ ਦੇ ਅੰਦਰ ਇੱਕ ਬਹੁਤ ਵੱਡਾ
ਬੰਧਨ ਹੈ ਤੇ ਮਨੁੱਖ ਉਹਦੇ ਵੱਲੋਂ ਬੇਮੁਹਤਾਜ ਨਹੀਂ ਹੁੰਦਾ ਛੇਤੀ। ਉਹਦੇ ਵਾਸਤੇ ਕਿਸੇ ਨਾ ਕਿਸੇ ਦੀ ਚਾਕਰੀ, ਮਾਇਆ ਦੀ ਚਾਕਰੀ ਇਹ ਜੀਵ ਜਿਹੜਾ ਸੋ ਕਰਦਾ ਹੈ। ਤਾਂ ਭਾਈ ਸਾਹਿਬ ਜ਼ਿਕਰ ਕਰਦੇ ਨੇ ਜੀਵ ਦੇ ਅੰਦਰ ਬ੍ਰਹਮ ਆ ਗਿਆ, ਉਹ ਮੋਹ ਮਾਇਆ ਤੋਂ ਬਿਲਕੁਲ ਬੇਮੁਹਤਾਜ ਹੋ ਗਿਆ। ਫਿਰ ਕੀ ਕਰਨ ਲੱਗਾ? ਕਰਨ ਤਪੱਸਿਆ ਬਨ ਵੇਖੈ, ਵਖਤ ਗੁਜ਼ਾਰਨ ਪਿੰਨੀ ਸਾਗੇ। ਇੰਨੇ ਕੁ ਵੈਰਾਗ ਦੇ ਵਿੱਚ ਆਏ ਜੀਵ, ਸਤਯੁਗ ਦੀ ਬਾਤ ਹੈ, ਇੰਨੇ ਕੁ ਬੇਮੁਹਤਾਜ ਹੋ ਗਏ, ਇੰਨਾ ਕੁ ਮੋਹ ਅੰਦਰੋਂ ਖਤਮ ਹੋ ਗਿਆ ਕਿ ਵੱਡੇ ਵੱਡੇ ਰਾਜੇ ਜਿਹੜੇ ਸਨ ਉਹਨਾਂ ਨੇ ਵੀ ਕੀ ਕੀਤਾ? ਆਪਣੇ ਰਾਜ ਭਾਗ ਛੱਡ ਕੇ ਬਨ ਵਿਖੇ ਜੰਗਲਾਂ ਵਿੱਚ ਜਾ ਕਰ ਕੇ ਉਹਨਾਂ ਨੇ ਵੀ ਤਪੱਸਿਆ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ। ਆਮ ਲੋਕਾਈ ਜਿਹੜੀ ਸੀ, ਆਮ ਮਨੁੱਖ ਜਿਹੜੇ ਸਨ, ਉਹਨਾਂ ਨੇ ਵੀ ਜੰਗਲਾਂ ਦੇ ਵਿੱਚ ਜਾ ਕਰ ਕੇ ਤਪੱਸਿਆ, ਭਜਨ, ਬੰਦਗੀ, ਯੋਗ ਸਾਧਨ, ਤਪ ਸਾਧਨ ਆਦਿਕ ਜਿਹੜੇ ਸਨ ਉਹ ਸ਼ੁਰੂ ਕਰ ਦਿੱਤੇ ਨੇ। ਫਿਰ ਉੱਥੇ ਕਿਸ ਤਰ੍ਹਾਂ ਵਕਤ ਗੁਜ਼ਾਰਦੇ ਸੀ? ਵਕਤ ਗੁਜ਼ਾਰਨ ਪਿੰਨੀ ਸਾਗੇ, ਵਕਤ ਗੁਜ਼ਾਰਦੇ ਸੀ ਤੇ ਪਿੰਨੀ ਸਾਗੇ। ਪਿੰਨੀ ਦਾ ਅਰਥ ਹੁੰਦਾ ਆਪਾਂ ਜਿਵੇਂ ਪਿੰਨੀਆਂ ਬਣਾਉਣੇ, ਸਾਗੇ ਦਾ ਅਰਥ ਹੈ ਫਲ ਪੱਤਰ ਆਦਿਕ ਜਿਹੜੇ ਹਨ ਉਹਨਾਂ ਨੂੰ ਉਬਾਲ ਕਰਕੇ, ਪੱਤੇ ਕੰਦਮੂਲ ਉਬਾਲ ਕਰਕੇ ਉਹਨਾਂ ਦੀ ਪਿੰਨੀ ਬਣਾ ਕਰਕੇ ਖਾਣੀ। ਸੋ ਦੂਸਰੇ ਅਰਥ ਦੇ ਅੰਦਰ ਜਿਤਨੇ ਵੀ, ਇੱਕ ਤਾਂ ਸਾਗ ਦੀ ਪਿੰਨੀ ਬਣਾ ਕਰਕੇ ਖਾਂਦੇ, ਇੱਕ ਜਿਤਨੇ ਵੀ ਉਸ ਜੰਗਲ ਦੇ ਪੱਤਰ ਆਦਿਕ ਹਨ, ਕਿਸੇ ਵੀ ਰੁੱਖ ਦੇ ਪੱਤੇ ਹੋਣ, ਕੋਈ ਉਹਦੇ ਵਿੱਚ ਵਿਸ਼ੇਸ਼ ਨਹੀਂ ਹੈ। ਸੋ ਜਿਤਨੇ ਵੀ ਸਨ, ਭਾਵ ਅਰਥ ਕੇ ਜੰਗਲਾਂ ਵਿੱਚ ਜਾ ਕੇ ਵੱਡੇ ਵੱਡੇ ਰਾਜੇ ਲੋਕ ਵੀ ਆਪਣਾ ਵਕਤ ਜਿਹੜਾ ਸੀ ਉਹ ਕੰਦ ਮੂਲ ਚੁਣ ਖਾਈਏ, ਇਸ ਤਰ੍ਹਾਂ ਕੰਦ ਮੂਲ ਚੁਣ ਕਰਕੇ ਉਹਨਾਂ ਨੂੰ ਖਾ ਕਰਕੇ ਗੁਜ਼ਾਰਦੇ ਸੀ। ਆਮ ਲੋਕ ਵੀ, ਭਾਵ ਸੰਸਾਰ ਦੇ ਰਸਾਂ ਕਸਾਂ ਤੋਂ ਉੱਠ ਚੁੱਕੇ ਸਨ ਲੋਕ, ਤੇ ਫਲ ਫੁੱਲ ਪੱਤਰ ਆਦਿਕ ਖਾ ਕਰਕੇ ਕੇਵਲ ਉਸ ਅਕਾਲ ਪੁਰਖ ਦੀ ਤਪੱਸਿਆ ਕਰਦੇ ਸਨ। ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ। ਉਸ ਵਕਤ ਸਤਯੁਗ ਦੇ ਅੰਦਰ ਮਨੁੱਖਾਂ ਦੀ ਉਮਰ ਜਿਹੜੀ ਸੀ ਉਹ ਲੱਖ ਲੱਖ ਵਰ੍ਹਾ ਉਮਰ ਸੀਗੀ, ਲੱਖ ਲੱਖ ਸਾਲ ਜਿਵੇਂ ਕਹਿ ਦਈਏ। ਸੋ ਇਸ ਤਰ੍ਹਾਂ ਬਹੁਤ ਲੰਬੇਰੀਆਂ ਉਮਰਾਂ ਸਨ। ਪਰ ਕਮਾਲ ਦੀ ਬਾਤ, ਇੰਨੀ ਲੰਮੀ ਉਮਰ ਹੋਣ ਦੇ ਬਾਵਜੂਦ ਕੋਠੇ ਕੋਟ ਨਾ ਮੰਦਰ ਸਾਜੇ। ਕੋਠੇ ਦਾ ਅਰਥ ਹੁੰਦਾ ਜਿਹੜੇ ਕੱਚੇ ਕੋਠੇ, ਆਪਾਂ ਪਿੰਡਾਂ ਦੇ ਵਿੱਚ ਪਹਿਲਾਂ ਕੱਚੇ ਕੋਠਿਆਂ ਦੇ ਵਿੱਚ ਰਹੇ ਹਾਂ, ਤਾਂ ਉਹ ਕੱਚੇ ਕੋਠੇ ਜਿਹੜੇ ਸਨ ਉਹ ਵੀ ਨਹੀਂ ਸੀ ਉਹ ਲੋਕ ਬਣਾਉਂਦੇ ਸਤਯੁਗ ਦੇ ਲੋਕ, ਕਿਉਂਕਿ ਲੱਖ ਵਰ੍ਹਿਆਂ ਦੀ ਆਰਜਾ ਸੀ। ਫਿਰ ਵੀ ਉਹਨਾਂ ਦੇ ਅੰਦਰ ਇਹ ਖਿਆਲ ਸੀ ਜਿਸ ਦਿਨ ਲੱਖ ਵਰ੍ਹਾ ਵੀ ਪੂਰਾ ਹੋ ਜਾਏਗਾ, ਇੱਕ ਨਾ ਇੱਕ ਦਿਨ ਤਾਂ ਅਸੀਂ ਮਾਰੀ ਜਾਣਾ। ਇਸ ਕਰਕੇ ਉਹ ਕੱਚੇ ਕੋਠੇ ਤੱਕ ਵੀ ਆਪਣੇ ਰਹਿਣ ਦੇ ਵਾਸਤੇ ਨਹੀਂ ਸੀ ਬਣਾਉਂਦੇ। ਫਿਰ ਉਸ ਤੋਂ ਬਾਅਦ ਕੋਟ ਦਾ ਭਾਵ ਕਿ ਉੱਚੇ ਲੰਮੇ ਵੱਡੇ ਕਿਲੇ ਆਦਿਕ ਜਿਹੜੇ ਹਨ ਉਹ ਨਾ ਬਣਾਉਣੇ। ਫਿਰ ਮੰਦਰ ਦਾ ਭਾਵ ਜਿਵੇਂ ਪੱਕੇ ਮਕਾਨ ਆਦਿਕ। ਫਿਰ ਮੰਦਰ ਦਾ ਜਿਵੇਂ ਧਰਮ ਸਥਲ ਵੀ, ਬੜੇ ਧਰਮੀ ਸਨ ਉਹ ਮਨੁੱਖ, ਪਰ ਫਿਰ ਵੀ ਉਹਨਾਂ ਨੇ ਉਦੋਂ ਕੋਈ ਧਰਮ ਸਥਲ ਜਿਹੜੇ ਉਹ ਨਹੀਂ ਸਾਜੇ। ਸੋ ਇਸ ਤਰ੍ਹਾਂ ਨਾ ਉਹਨਾਂ ਨੇ ਬਾਹਰੀ ਤੌਰ ਦੇ ਉੱਤੇ ਕੋਈ ਮੰਦਰ ਸਾਜੇ, ਨਾ ਉਹਨਾਂ ਲੋਕਾਂ ਨੇ ਕਿਸੇ ਤਰ੍ਹਾਂ ਦੇ ਕੋਈ ਕਿਲੇ, ਕੋਈ ਘਰ ਆਦਿਕ ਜਿਹੜੇ ਉਹ ਬਣਾਉਣੇ ਕੀਤੇ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਜਦੋਂ ਪੜ੍ਹਦੇ, ਇੱਕ ਬਿਨਸੈ ਜੋ ਇੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਨੇ ਕੋਈ ਵੀ ਜ਼ਿਕਰ ਨਾ ਕੀਤਾ। ਤਾਂ ਗੁਰੂ ਕੀ ਬਾਣੀ ਅੰਦਰ ਜਦੋਂ ਬਚਨ ਪੜ੍ਹਦੇ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ, ਕਿ ਮਾਰਕੰਡੇ ਰਿਖੀ ਵਰਗੀ ਉਮਰ ਤੇ ਕਿਸੇ ਦੀ ਨਹੀਂ ਹੋ ਸਕਦੀ, ਜਿਸ ਦੀ ਉਮਰ ਜਿਹੜੀ ਉਹ ਬ੍ਰਹਮਾ ਨਾਲੋਂ ਵੀ ਵੱਡੀ ਸੀ। ਪਰ ਉਹਨੇ ਵੀ ਕਹਿੰਦੇ ਆਪਣੇ ਰਹਿਣ ਦੇ ਵਾਸਤੇ ਕੋਈ ਘਰ, ਕੋਈ ਝੌਂਪੜੀ, ਕੋਈ ਮਕਾਨ, ਕੋਈ ਛੱਤ ਕੁਛ ਨਹੀਂ ਬਣਾਇਆ। ਇੱਥੋਂ ਤੱਕ ਜਿਨ ਤ੍ਰਿਣ ਧਰ ਮੂੰਡ ਬੁਲਾਏ, ਜਦੋਂ ਕਿਤੇ ਕੋਈ ਵਕਤ ਆਉਣਾ, ਕੋਈ ਮੀਂਹ, ਕੋਈ ਬਾਰਿਸ਼ ਪੈਣੀ, ਤੇ ਉਹ ਤ੍ਰਿਣ ਧਰ ਆਪਣੇ ਸਿਰ ਦੇ ਉੱਤੇ ਪੱਤੇ ਰੱਖ ਕੇ ਆਪਣੇ ਆਪ ਨੂੰ ਢੱਕ ਲੈਂਦਾ ਸੀ। ਪਰ ਉਹਨੇ ਰਹਿਣ ਵਾਸਤੇ ਇੰਨੀ ਲੰਮੀ ਉਮਰ ਹੋਣ ਦੇ ਬਾਵਜੂਦ ਵੀ ਉਹਨੇ ਘਰ ਨਾ ਬਣਾਏ। ਸੋ ਭਾਵ ਇਹ ਕਿ ਅੱਜ ਦੇ ਮਨੁੱਖ ਦੀ ਆਰਬਲਾ ਥੋੜ੍ਹੀ ਹੈ, ਪਸਾਰੇ ਬੜੇ ਲੰਬੇਰੇ ਨੇ। ਸੋ ਇਸ ਕਰਕੇ ਜ਼ਿਕਰ ਕਰਦੇ, ਬਾਣੀ ਅੰਦਰ ਵੀ ਬਚਨ ਪੜ੍ਹਦੇ ਹੋ ਤਾਂ ਇੱਥੇ ਜ਼ਿਕਰ ਕਰਦੇ ਨੇ, ਇੱਕ ਬਿਨਸੈ ਇੱਕ ਅਸਥਿਰ ਗਾਜੇ। ਸਤਯੁਗ ਦੇ ਅੰਦਰ ਵੀ ਕਿਤੇ ਨਾ ਕਿਤੇ ਮਨੁੱਖ ਦਾ ਸੁਭਾਅ ਜਿਹੜਾ ਸੀ, ਲੱਖ ਵਰ੍ਹਿਆਂ ਦੀ ਆਰਜਾ ਹੋ ਕੇ ਵੀ ਉਹ ਜਪਦੇ ਸੀ। ਪਰ ਅੱਜ ਦੇ ਵੱਲ ਇਸ਼ਾਰਾ ਕਰਦੇ ਨੇ, ਅਸੀਂ ਜਿਹੜੇ ਜੀਵ ਹਾਂ, ਕੀ ਹੈ, ਇੱਕ ਨਾਸ਼ ਹੋ ਰਿਹਾ, ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਸੜਦਾ ਹੈ, ਇੱਕ ਸੰਸਾਰ ਤੋਂ ਤੁਰ ਜਾਂਦਾ ਹੈ, ਤੇ ਉਹਨੂੰ ਸਾੜਨ ਵਾਲਾ ਉਹਦੇ ਕੋਲ ਖੜਾ ਸਾਡੇ ਵਰਗਾ ਆਪਣੇ ਆਪ ਨੂੰ ਅਸਥਿਰ ਮੰਨਦਾ ਕਿ ਇਹ ਸੰਸਾਰ ਤੋਂ ਤੁਰ ਗਿਆ, ਅਸੀਂ ਤੇ ਸੰਸਾਰ ਤੇ ਸਥਾਈ ਹਾਂ, ਅਸੀਂ ਤੇ ਸੰਸਾਰ ਤੇ ਪੱਕੇ ਤੌਰ ਤੇ ਰਵਾਂਗੇ। ਜਿਹਨੂੰ ਗੁਰਬਾਣੀ ਅੰਦਰ ਬਚਨ ਪੜ੍ਹਦੇ ਹੋ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ।
ਸਾਧੋ ਰਚਨਾ ਰਾਮ ਬਣਾਈ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਸੋ ਇੱਥੇ ਭਾਈ ਸਾਹਿਬ ਕਹਿੰਦੇ ਇੱਕ ਬਿਨਸੈ ਇੱਕ ਅਸਥਿਰ ਗਾਜੇ, ਇੱਕ ਬਿਨਸਦਾ ਤੇ ਇੱਕ ਆਪਣੇ ਆਪ ਨੂੰ ਸੰਸਾਰ ਤੇ ਸਥਾਈ ਮੰਨਦਾ ਹੈ। ਫਿਰ 6ਵੀਂ ਪੌੜੀ ਵਿੱਚ ਅੱਗੇ ਜ਼ਿਕਰ ਕਰਦੇ ਤ੍ਰੇਤੇ ਛਤਰੀ ਰੂਪ ਧਾਰ, ਸੂਰਜ ਬੰਸੀ ਵੱਡ ਅਵਤਾਰਾ। ਜਿਸ ਤਰ੍ਹਾਂ ਜ਼ਿਕਰ ਕੀਤਾ 4 ਯੁੱਗ ਨੇ, 4 ਯੁੱਗਾਂ ਦੇ ਵਿੱਚ 4 ਵਰਨ ਨੇ। ਸੋ ਪਹਿਲਾਂ ਹੰਸਾ ਅਵਤਾਰ ਦਾ ਜ਼ਿਕਰ ਕੀਤਾ ਸਤਯੁਗ ਦੇ ਅੰਦਰ, ਫਿਰ ਤ੍ਰੇਤਾ ਯੁੱਗ ਆਇਆ ਤਾਂ ਤ੍ਰੇਤੇ ਦੇ ਵਿੱਚ ਛਤਰੀ ਵਰਨ ਦੇ ਅੰਦਰ ਰੂਪ ਧਾਰ, ਭਾਵ ਕਿ ਸੂਰਜ ਵੰਸ਼ ਦੇ ਅੰਦਰ ਸੂਰਜ ਬੰਸੀ ਵੱਡ ਅਵਤਾਰਾ, ਸੂਰਜ ਵੰਸ਼ ਦੇ ਅੰਦਰ ਬਹੁਤ ਵੱਡੇ ਅਵਤਾਰ ਰੂਪ ਦੇ ਅੰਦਰ ਤ੍ਰੇਤੇ ਦੇ ਵਿੱਚ ਸ਼੍ਰੀ ਰਾਮਚੰਦਰ ਦੇ ਰੂਪ ਵਿੱਚ ਅਵਤਾਰ ਰੂਪ ਦੇ ਵਿੱਚ ਪੈਦਾ ਹੋਣਾ ਕੀਤਾ। ਕੀ ਹੋਇਆ? 9 ਹਿੱਸੇ ਗਈ ਆਰਜਾ, ਮਾਇਆ ਮੋਹ ਅਹੰਕਾਰ ਪਸਾਰਾ। ਹੁਣ ਜਦੋਂ ਤ੍ਰੇਤਾ ਯੁੱਗ ਆਇਆ, ਸਤਯੁਗ ਦੇ ਵਿੱਚ ਤਾਂ ਮਨੁੱਖਾਂ ਦੀ ਉਮਰ ਲੱਖ ਵਰ੍ਹਿਆਂ ਦੀ ਆਰਜਾ, ਪਰ ਜਦੋਂ ਤ੍ਰੇਤਾ ਆਇਆ ਤਾਂ 9 ਹਿੱਸੇ ਗਈ ਆਰਜਾ। 9 ਹਿੱਸੇ ਉਮਰ ਜਿਹੜੀ ਸੀ ਮਨੁੱਖ ਦੀ ਘਟ ਗਈ। 90,000 ਵਰ੍ਹਾ ਜਿਹੜੀ ਸੀ ਉਹ ਮਨੁੱਖ ਦੀ ਉਮਰ ਇੱਕਦਮ ਘਟ ਗਈ। 10,000 ਵਰ੍ਹਾ ਜਿਹੜੀ ਹੈ ਉਹ ਤ੍ਰੇਤੇ ਦੇ ਵਿੱਚ ਮਨੁੱਖ ਦੀ ਉਮਰ ਬਾਕੀ ਰਹਿ ਗਈ। ਪਰ ਜਿੱਥੇ ਲੱਖ ਵਰ੍ਹੇ ਦੀ ਸੀ ਉਦੋਂ ਇੰਨਾ ਮਾਇਆ ਮੋਹ ਦਾ ਪਸਾਰਾ ਨਹੀਂ ਸੀ, ਪਰ ਜਦੋਂ ਉਮਰ ਥੋੜੀ ਹੋ ਗਈ ਤਾਂ ਅੰਦਰ ਭਾਈ ਸਾਹਿਬ ਕਹਿੰਦੇ ਮਾਇਆ ਮੋਹ ਅਹੰਕਾਰ ਪਸਾਰਾ। ਅੰਦਰ ਮਾਇਆ ਨੇ, ਅੰਦਰ ਮੋਹ ਨੇ, ਅੰਦਰ ਹੰਕਾਰ ਨੇ ਬਹੁਤ ਵੱਡਾ ਪਸਾਰਾ ਇਸ ਮਨੁੱਖ ਦੇ ਅੰਦਰ ਪਸਾਰ ਲਿਆ। ਫਿਰ ਮਾਇਆ ਦੇ ਮੋਹ ਵਿੱਚ ਪੈ ਕੇ, ਆਪਣੇ ਹੰਕਾਰ ਦੀ ਪਕੜ ਵਿੱਚ ਆ ਕੇ ਕਿ ਮੈਂ ਬਹੁਤ ਵੱਡਾ, ਮੈਂ ਸਦਾ ਸਥਿਰ ਰਹਿਣ ਵਾਲਾ, ਇਸ ਮਨੁੱਖ ਨੇ ਪਸਾਰਾ ਪਸਾਰ ਲਿਆ। ਸਤਯੁਗ ਵਿੱਚ ਝੌਂਪੜੀਆਂ ਵੀ ਨਾ ਇਹਨੇ ਬਣਾਈਆਂ ਤੇ ਤ੍ਰੇਤੇ ਦੇ ਵਿੱਚ ਇਹਨੇ ਵੱਡੇ ਵੱਡੇ ਕਿਲੇ, ਵੱਡੇ ਵੱਡੇ ਮਹਿਲ, ਕੋਠੇ, ਮੁਨਾਰੇ ਆਦਿਕ ਜਿਹੜੇ ਸਨ ਇਹ ਪਸਾਰਾ ਜਿਹੜਾ ਉਹ ਕਰ ਲਿਆ। ਦੁਆਪਰ ਜਾਦਵ ਵੇਸਕਾਰ, ਜੁਗ ਜੁਗ ਔਧ ਘਟੈ ਆਚਾਰਾ। ਦੁਆਪਰ ਦੇ ਵਿੱਚ ਯਦੂ ਨਾਮੇ ਰਾਜੇ ਦੇ ਘਰ ਵਿੱਚ ਕ੍ਰਿਸ਼ਨ ਨਾਮ ਵਾਲੇ ਵੇਸ ਨੂੰ ਧਾਰਨ ਕਰਕੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਅੰਦਰ ਦੁਆਪਰ ਦੇ ਅੰਦਰ ਯਦੂ ਰਾਜੇ ਦੇ ਘਰ ਅੰਦਰ ਆਪਣਾ ਰੂਪ ਜਿਹੜਾ ਸੀ, ਵੇਸ ਜਿਹੜਾ ਸੀ ਉਹ ਧਾਰਨ ਕੀਤਾ। ਜੁਗ ਜੁਗ ਔਧ ਘਟੈ ਆਚਾਰਾ। ਦੁਆਪਰ ਦੇ ਵਿੱਚ ਜਿੱਥੇ ਔਧ ਘਟੈ, ਉਮਰ ਵੀ ਘਟ ਗਈ, ਤ੍ਰੇਤੇ ਤੇ 10,000 ਵਰ੍ਹਾ ਰਹਿ ਗਈ, ਦੁਆਪਰ ਦੇ ਵਿੱਚ ਉਸ ਤੋਂ ਵੀ ਬਹੁਤ ਜ਼ਿਆਦਾ ਘਟ ਗਈ। ਪਰ ਉਮਰ ਘਟਣ ਦੇ ਨਾਲ ਨਾਲ ਘਟੈ ਆਚਾਰਾ, ਮਨੁੱਖ ਦੀ 9 ਹਿੱਸੇ ਉਮਰ ਜਿਹੜੀ ਹੋਰ ਘਟੀ, ਪਰ ਨਾਲ ਕੀ ਮਨੁੱਖ ਦਾ ਆਚਾਰ ਵਿਵਹਾਰ ਵੀ ਜਿਹੜਾ ਧਰਮ ਦਾ ਉਹ ਘਟ ਗਿਆ। ਭਾਵ ਕਿ ਉੱਚਾ ਸੁੱਚਾ ਇਖਲਾਕ ਜਿਹੜਾ ਸੀ ਮਨੁੱਖ ਉਹਦੇ ਤੋਂ ਵੀ ਥੱਲੇ ਆ ਗਿਆ। ਉਮਰ ਤੇ ਘਟੀ ਹੀ ਘਟੀ, ਮਨੁੱਖ ਅੰਦਰੋਂ ਧਰਮ ਘਟ ਗਿਆ, ਦਾਨ ਪੁੰਨ ਦੀ ਬਿਰਤੀ ਘਟ ਗਈ, ਮਨੁੱਖ ਦੇ ਅੰਦਰੋਂ ਸ਼ੁਭ ਗੁਣ ਘਟ ਗਏ, ਦਇਆ ਭਾਵਨਾ ਖਤਮ ਹੋ ਗਈ, ਪਰਉਪਕਾਰ ਦੀ ਬਿਰਤੀ ਖਤਮ ਹੋ ਗਈ। ਸੋ ਇਸ ਤਰ੍ਹਾਂ ਮਨੁੱਖ ਦੇ ਅੰਦਰ ਧਰਮ ਦੇ ਉੱਚੇ ਆਚਰਨ ਵਾਲੇ ਜਿਹੜੇ ਜੀਵਨ ਵਿਵਹਾਰ ਦੇ ਕਰਤੱਵ ਸਨ ਉਹ ਬਿਲਕੁਲ ਘਟ ਗਏ ਹਨ। ਤਾਂ ਅੱਗੇ ਜ਼ਿਕਰ ਕਰਦੇ ਰਿਗ ਵੇਦ ਮਹਿ ਬ੍ਰਹਮ ਕ੍ਰਿਤ, ਪੂਰਬ ਮੁਖ ਸ਼ੁਭ ਕਰਮ ਵਿਚਾਰਾ। ਹੁਣ ਜਿਹੜੇ ਬ੍ਰਾਹਮਣ ਸਨ ਉਹ ਕੀ ਕਰਦੇ ਨੇ? ਰਿਗ ਵੇਦ ਦੇ ਵਿੱਚੋਂ ਬ੍ਰਾਹਮਣ ਜਿਹੜੇ ਸੀ ਉਹ ਕਰਮ ਕਰਵਾਉਂਦੇ ਸਨ। ਜਿਹੜਾ ਬ੍ਰਾਹਮਣ ਹੈ ਉਹ ਰਿਗ ਵੇਦ ਨੂੰ ਮੰਨਦਾ ਹੈ, ਕਿਉਂਕਿ ਚਾਰੇ ਵਰਨਾਂ ਦੇ ਰੂਪ ਵੱਖਰੇ ਵੱਖਰੇ ਨੇ, ਉਹਨਾਂ ਦੇ ਪਹਿਰਾਵੇ ਵੱਖਰੇ ਨੇ, ਉਹਨਾਂ ਦੇ ਅਵਤਾਰ ਵੱਖਰੇ ਨੇ, ਫਿਰ ਚਾਰੇ ਵਰਨਾਂ ਦੇ ਵੇਦ ਵੱਖਰੇ ਨੇ। ਆਪਾਂ ਸਮੁੱਚੇ ਤੌਰ ਤੇ ਕਹਿ ਦਿੰਦੇ ਕਿ ਬ੍ਰਾਹਮਣ ਚਾਰੇ ਵੇਦਾਂ ਨੂੰ ਪੜ੍ਹਦਾ ਹੈ, ਨਹੀਂ। ਇੱਥੇ ਵੀ ਜ਼ਿਕਰ ਹੈ, ਬਾਣੀ ਅੰਦਰ ਵੀ ਬੜੀ ਵਾਰ ਆਸਾ ਕੀ ਵਾਰ ਅੰਦਰ ਆਪ ਸਰਵਣ ਕਰੋ, ਤਾਂ ਉੱਥੇ ਵੀ ਬੜੇ ਖੋਲ੍ਹ ਕੇ ਸਤਿਗੁਰਾਂ ਨੇ ਕਿਹੜਾ ਵਰਨ ਕਿਸ ਗ੍ਰੰਥ ਨੂੰ ਮੰਨਦਾ ਹੈ, ਕਿਸ ਗ੍ਰੰਥ ਦੇ ਮੁਤਾਬਕ ਆਪਣੇ ਕਰਮਕਾਂਡ ਕਰਦਾ ਹੈ। ਸੋ ਇੱਥੇ ਜ਼ਿਕਰ ਕੀਤਾ ਭਾਈ ਸਾਹਿਬ ਨੇ ਕਿ ਰਿਗ ਵੇਦ ਦੇ ਵਿੱਚੋਂ ਬ੍ਰਾਹਮਣ ਜਿਹੜਾ ਉਹ ਕਰਮ ਕਰਵਾਉਂਦਾ ਹੈ ਅਤੇ ਕਰਦਾ ਹੈ। ਕੀ ਕਰਦਾ ਹੈ? ਨਾਲ ਪੂਰਬ ਮੁਖ ਸ਼ੁਭ ਕਰਮ ਵਿਚਾਰਾ, ਪੂਰਬ ਵਾਲੇ ਪਾਸੇ ਮੂੰਹ ਕਰਕੇ ਆਪਣੇ ਸ਼ੁਭ ਕਰਮ ਜਿਹੜੇ ਹਨ, ਜਿਸ ਤਰ੍ਹਾਂ ਯੱਗ ਕਰਨੇ, ਦਾਨ ਕਰਨਾ, ਤਪੱਸਿਆ ਕਰਨੀ, ਜਾਂ ਬ੍ਰਾਹਮਣ ਨੇ ਆਪਣਾ ਸਵੇਰੇ ਸ਼ਾਮ ਗਾਇਤਰੀ ਮੰਤਰ ਦਾ ਜਾਪ ਕਰਨਾ, ਕੋਈ ਹਵਨ ਯੱਗ ਆਦਿ ਕਰਨੇ, ਉਹ ਪੂਰਬ ਵਾਲੇ ਪਾਸੇ ਕਰਦੇ ਸਨ ਮੂੰਹ ਕਰਕੇ। ਕਾਰਨ ਇਹ ਕਿਉਂਕਿ ਉਹ ਪੂਰਬ ਵਾਲੇ ਪਾਸੇ ਹਰੀ ਦਾ ਵਾਸਾ ਸਮਝਦੇ ਸੀ ਕਿ ਪੂਰਬ ਵਾਲੇ ਪਾਸੇ ਹਰੀ ਅਕਾਲ ਪੁਰਖ ਭਗਵਾਨ ਪਰਮਾਤਮਾ ਜਿਹੜਾ ਉਹ ਸਾਡਾ ਵਸਦਾ ਹੈ। ਖੱਤਰੀ ਥਾਪੇ ਜੁਜਰ ਵੇਦ, ਦੱਖਣ ਮੁਖ ਬਹੁ ਦਾਨ ਦਾ ਤਾਰਾ। ਫਿਰ ਖੱਤਰੀਆਂ ਨੇ ਕੀ ਕੀਤਾ? ਉਹਨਾਂ ਨੇ ਜੁਜਰ ਵੇਦ ਜਿਹੜਾ ਸੀ ਉਹ ਲੈ ਲਿਆ,
ਬ੍ਰਾਹਮਣ ਜਿਹੜਾ ਹੈ ਉਹ ਇਸ ਰਿਗਵੇਦ ਦੀ ਪੂਜਾ ਕਰਦਾ, ਖੱਤਰੀ ਜਿਹੜਾ ਹੈ ਉਹ ਜੁਜਰ ਵੇਦ ਲੈ ਕਰਕੇ ਦੁਆਪਰ ਦੇ ਵਿੱਚ, ਕਿਉਂਕਿ ਇੱਥੇ ਦੁਆਪਰ ਦਾ ਹੁਣ ਜ਼ਿਕਰ ਚੱਲ ਰਿਹਾ, ਦੱਖਣ ਵਾਲੇ ਪਾਸੇ ਦੱਖਣ ਮੁਖ ਬਹੁਦਾਨ ਦਾ ਤਾਰਾ ਜਿਹੜਾ ਖੱਤਰੀ ਸੀ ਉਹ ਆਪਣਾ ਜਿੰਨਾ ਵੀ ਦਾਨ ਕਰਦਾ ਸੀ, ਜਾਂ ਖੱਤਰੀ ਜਦੋਂ ਕੋਈ ਪੂਜਾ ਕਰਦਾ ਸੀ, ਕੋਈ ਹਵਨ ਯੱਗ ਆਦਿਕ ਜਦੋਂ ਖੱਤਰੀ ਕਰਦਾ ਸੀ ਜਾਂ ਜਦੋਂ ਉਹਦੇ ਤੋਂ ਕਰਵਾਉਂਦਾ ਸੀ ਬ੍ਰਾਹਮਣ, ਤਾਂ ਉਹਦਾ ਮੂੰਹ ਜਿਹੜਾ ਉਹ ਦੱਖਣ ਵਾਲੇ ਪਾਸੇ ਕੀਤਾ ਜਾਂਦਾ ਸੀ। ਪੰਡਤ ਆਪਣਾ ਜਦੋਂ ਕਰਦਾ ਸੀ ਤਾਂ ਬ੍ਰਾਹਮਣ ਆਪਣਾ ਮੂੰਹ ਜਿਹੜਾ ਉਹ ਪੂਰਬ ਵਾਲੇ ਪਾਸੇ, ਤਾਂ ਖੱਤਰੀ ਜਿਹੜਾ ਆਪਣਾ ਮੂੰਹ ਦੱਖਣ ਵਾਲੇ ਪਾਸੇ ਕਰਕੇ ਦਾਨ ਆਦਿਕ ਸ਼ੁਭ ਕਰਮ ਕਰਦੇ ਸੀ। ਉਹ ਮੰਨਦਾ ਸੀ ਕਿ ਹਰੀ ਪਰਮਾਤਮਾ ਜਿਹੜਾ ਉਹ ਦੱਖਣ ਵਾਲੇ ਪਾਸੇ। ਕਮਾਲ ਦੀ ਬਾਤ, ਇੱਕੋ ਹਿੰਦੂ ਧਰਮ ਨੂੰ ਮੰਨਣ ਵਾਲੇ, ਪਰ ਇੰਨਾ ਵੱਡਾ ਫਰਕ, ਇੱਕ ਕਹਿ ਰਿਹਾ ਨਹੀਂ ਪੂਰਬ ਵਾਲੇ ਪਾਸੇ, ਦੂਸਰਾ ਕਹਿੰਦਾ ਨਹੀਂ ਮੇਰਾ ਭਗਵਾਨ ਜਿਹੜਾ ਉਹ ਦੱਖਣ ਵਾਲੇ ਪਾਸੇ, ਮੈਂ ਦੱਖਣ ਵਾਲੇ ਪਾਸੇ ਮੂੰਹ ਕਰਕੇ ਉਹਦੀ ਪੂਜਾ ਕਰਾਂਗਾ। ਸੋ ਇਸ ਤਰ੍ਹਾਂ ਅੱਗੇ ਜ਼ਿਕਰ ਕਰਦੇ, ਵੈਸ਼ੋਂ ਥਾਪਿਆ ਸਿਆਮ ਵੇਦ ਪੱਛਮ ਮੁਖ ਕਰ ਸੀਸ ਨਿਵਾਰਾ। ਫਿਰ ਜਿਹੜੇ ਵੈਸ਼ ਲੋਕ ਸਨ ਉਹਨਾਂ ਨੇ ਸ਼ਿਆਮ ਵੇਦ ਨੂੰ ਆਪਣਾ ਮੁਖੀ ਮੰਨ ਲਿਆ। ਫਿਰ ਉਹ ਕੀ ਕਰਦੇ ਸਨ, ਜਿਹੜੇ ਵੈਸ਼ ਲੋਕ ਸਨ ਉਹ ਜਦੋਂ ਕੋਈ ਪੂਜਾ ਕਰਨੀ, ਕੋਈ ਯੱਗ ਕਰਨਾ, ਕਿਸੇ ਦੇ ਜੰਮਣ 'ਤੇ ਕੋਈ ਧਰਮ ਕਰਮ ਕਰਨਾ, ਕਿਸੇ ਦੇ ਮਰ ਜਾਣ 'ਤੇ ਕੋਈ ਧਰਮ ਕਰਮ ਕਰਨਾ, ਜੋ ਵੀ ਜ਼ਿੰਦਗੀ ਦੇ ਅੰਦਰ ਧਰਮ ਦੇ ਕਰਮ ਕਾਂਡ ਉਹਨਾਂ ਦੇ ਜੀਵਨ 'ਚ ਜੁੜੇ ਸਨ, ਤਾਂ ਉਹ ਪੱਛਮ ਵਾਲੇ ਪਾਸੇ ਮੂੰਹ ਕਰਕੇ ਇਹ ਪ੍ਰਣਾਮਾਂ ਕਰਦੇ ਸਨ, ਕਿਉਂਕਿ ਉਹ ਮੰਨਦੇ ਸਨ ਕਿ ਪੱਛਮ ਵਾਲੇ ਪਾਸੇ ਸਾਡਾ ਭਗਵਾਨ, ਸਾਡਾ ਹਰੀ, ਸਾਡਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਵੱਸਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਕੋ ਪਛਾਹ ਕੋ ਸੀਸ ਨਿਵਾਇਓ, ਭਾਵ ਕੋਈ ਪੱਛਮ ਵਾਲੇ ਪਾਸੇ ਨੂੰ ਸੀਸ ਨਿਵਾਉਂਦਾ ਪਿਆ ਸੀ। ਸੋ ਇਹ ਸਾਰੀਆਂ ਮਨ ਮੱਤਾਂ ਜਿਹੜੀਆਂ ਸੀ, ਮਨੌਤਾਂ ਜਿਹੜੀਆਂ ਸੀ ਉਸ ਵਕਤ ਚੱਲਦੀਆਂ ਸਨ, ਜਿਨ੍ਹਾਂ ਦਾ ਭਾਈ ਸਾਹਿਬ ਜ਼ਿਕਰ ਕਰਦੇ ਪਏ ਨੇ। ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਸਿਰਫ ਉਸ ਵਕਤ ਜੋ ਮਨੌਤਾਂ ਚੱਲੀਆਂ ਉਹਨਾਂ ਦਾ ਜ਼ਿਕਰ ਹੈ। ਅਗਾਂਹ ਚੱਲ ਕੇ ਗੁਰਮਤਿ ਦੀ ਕੀ ਫਿਲਾਸਫੀ ਹੈ ਉਹ ਦੱਸਣਗੇ। ਸੋ ਅੱਗੇ ਜ਼ਿਕਰ ਕਰਦੇ, ਰਿਗ ਨੀਲੰਬਰ ਜੁਜਰ ਪੀਤ ਸਵੇਤੰਬਰ ਕਰ ਸਿਆਮ ਸੁਧਾਰਾ। ਹੁਣ ਜਿਹੜੇ ਰਿਗਵੇਦ ਨੂੰ ਪੜ੍ਹਨ ਵਾਲੇ ਸਨ ਉਹ ਕੀ ਕਰਦੇ ਸਨ, ਨੀਲੰਬਰ, ਉਹ ਨੀਲੇ ਕੱਪੜੇ ਪਾਉਂਦੇ ਸਨ। ਆਸਾ ਕੀ ਵਾਰ ਦੀ ਜੋ ਇਹ ਪਾਵਨ ਸ਼ਲੋਕ ਜਿੱਥੇ ਆਪਾਂ ਪੜ੍ਹਦੇ ਹਾਂ ਕਿ ਅਕਾਲ ਪੁਰਖ ਪਰਮੇਸ਼ਰ ਦੇ ਪਰਥਾਏ ਵੱਖ-ਵੱਖ ਵਰਨ ਵੰਡ ਕਰਕੇ ਵੱਖ-ਵੱਖ ਤਰੀਕੇ ਨਾਲ ਉਹਨੂੰ ਪੂਜਣ ਦੀ ਵਿਧ ਜਿਹੜੀ ਸੀ ਉਹ ਧਰਮ ਦੇ ਲੋਕਾਂ ਨੇ ਬਣਾਈ। ਸੋ ਆਸਾ ਕੀ ਵਾਰ ਦੇ ਉਸ ਪਾਵਨ ਸ਼ਲੋਕ ਦੀ ਇੱਥੇ ਵਿਆਖਿਆ ਹੈ। ਤਾਂ ਕੀ ਕਰਦੇ ਸਨ ਲੋਕ, ਜਿਹੜੇ ਰਿਗਵੇਦ ਨੂੰ ਪੜ੍ਹਨ ਵਾਲੇ ਸਨ ਉਹ ਨੀਲੰਬਰ, ਉਹ ਨੀਲੇ ਕੱਪੜੇ ਪਾਉਂਦੇ ਸਨ। ਫਿਰ ਜੁਜਰ ਪੀਤ, ਜਿਹੜੇ ਜੁਜਰ ਵੇਦ ਨੂੰ ਪੜ੍ਹਨ ਵਾਲੇ ਸਨ ਉਹ ਪੀਲੇ ਕੱਪੜੇ ਪਾਉਂਦੇ ਸਨ। ਅਤੇ ਸਵੇਤੰਬਰ, ਸ਼ਾਮ ਵੇਦ ਨੂੰ ਪੜ੍ਹਨ ਵਾਲੇ ਜਿਹੜੇ ਸਨ ਉਹ ਬਿਲਕੁਲ ਚਿੱਟੇ ਕੱਪੜੇ ਪਾ ਕੇ ਸ਼ਿਆਮ ਵੇਦ ਨੂੰ ਪੜ੍ਹਦੇ ਸੀ। ਸ਼ਿਆਮ ਵੇਦ ਨੂੰ ਮੰਨਣ ਵਾਲੇ ਜਿਹੜੇ ਸਨ ਉਹ ਸਾਰੀ ਜ਼ਿੰਦਗੀ ਚਿੱਟੇ ਵਸਤਰ ਪਹਿਨਦੇ ਸਨ। ਕ੍ਰਿਸ਼ਨ ਨੂੰ ਮੰਨਣ ਵਾਲੇ ਪੀਲੇ ਕੱਪੜੇ ਪਹਿਨਦੇ ਸਨ। ਸੋ ਇਸ ਤਰ੍ਹਾਂ ਸਾਰੇ ਜਿਹੜੇ ਹਨ ਉਹ ਕਰਦੇ ਨੇ, ਭਾਵ ਰਾਮ ਕ੍ਰਿਸ਼ਨ ਹੰਸਾ ਅਵਤਾਰ ਦੇ ਉਪਾਸ਼ਕ ਹੋ ਕੇ ਆਪੋ ਆਪਣੇ ਧਰਮ ਨੂੰ ਕਮਾਉਂਦੇ, ਆਪੋ ਆਪਣੇ ਵੱਖਰੇ ਵੱਖਰੇ ਭੇਖ ਜਿਹੜੇ ਉਹ ਧਾਰਨ ਕਰਦੇ। ਤ੍ਰੇਹੋਂ ਜੁਗੀ ਤ੍ਰੈ ਧਰਮ ਉਚਾਰਾ। ਇਸ ਤਰ੍ਹਾਂ ਤਿੰਨ ਯੁੱਗਾਂ ਦੇ ਅੰਦਰ, ਸਤਯੁਗ, ਤ੍ਰੇਤਾ ਤੇ ਦੁਆਪਰ, ਇਹਨਾਂ ਤਿੰਨਾਂ ਯੁੱਗਾਂ ਦੇ ਅੰਦਰ ਤਿੰਨ ਪ੍ਰਕਾਰ ਦੇ ਨਾਲ ਧਰਮ ਜਿਹੜਾ ਸੀ ਉਹਨੂੰ ਵੱਖ-ਵੱਖ ਰੂਪ ਦੇ ਵਿੱਚ ਲੋਕਾਂ ਨੇ ਉਚਾਰਨ ਕੀਤਾ। ਭਾਵ ਅਰਥ ਭਾਈ ਸਾਹਿਬ ਦੇ ਕਹਿਣ ਦਾ ਇਹ ਹੈ ਇਸ ਪੌੜੀ ਦੇ ਅੰਦਰ ਕਿ ਉਹ ਅਕਾਲ ਪੁਰਖ ਪਰਮੇਸ਼ਰ ਈਸ਼ਵਰ ਜਿਹੜਾ ਹੈ ਉਹ ਦੇਸ਼ ਕਾਲ ਵਸਤੂ ਭੇਦ ਆਦਿਕ ਸਾਰਿਆਂ ਤੋਂ ਰਹਿਤ ਹੈ। ਉਹ ਸਾਰੇ ਇੱਕ ਸਰੂਪ ਹੋ ਕਰਕੇ ਜਿਵੇਂ ਆਕਾਸ਼ ਪਰਿਪੂਰਨ ਹੈ, ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਹੈ ਉਹ ਸਾਰੀਆਂ ਚੀਜ਼ਾਂ ਤੋਂ, ਦੇਸ਼ ਕਾਲ ਵਸਤੂ ਦੇ ਭੇਦ ਵਰਨ ਆਦਿਕ ਤੋਂ ਪਰੇ ਹੈ ਤੇ ਆਕਾਸ਼ਵਤ ਤੋਂ ਸਾਰੇ ਥਾਵਾਂ ਦੇ ਉੱਤੇ ਪਸਰਿਆ ਹੋਇਆ। ਭਾਵੇਂ ਉਹਨੂੰ ਕੋਈ ਦੱਖਣ ਵਾਲੇ ਪਾਸੇ ਮੰਨਦਾ, ਕੋਈ ਪੂਰਬ, ਕੋਈ ਪੱਛਮ ਵਾਲੇ ਪਾਸੇ ਮੰਨਦਾ, ਇਹ ਨਿੱਕੇ ਪ੍ਰਮਾਣਾ ਕਰਦੇ ਹਨ। ਭਾਵੇਂ ਬਹੁਤ ਨਿੱਕੇ ਨਿੱਕੇ ਪ੍ਰਮਾਣ ਹਨ ਜਿਸ ਦਾ ਵਰਣਨ ਜਿਹੜਾ ਹੈ ਉਹ ਸਾਹਿਬ ਜੀ ਨੇ ਆਸਾ ਕੀ ਵਾਰ ਅੰਦਰ ਵੀ ਕੀਤਾ। ਬੜਾ ਖੋਲ੍ਹ ਕੇ ਉੱਥੇ ਸਤਿਗੁਰਾਂ ਨੇ ਕਿਹਾ, ਸਾਮ ਕਹੈ ਸੇ ਤੰਬਰ ਸੁਆਮੀ ਸੱਚ ਮਹਿ ਆਛੈ ਸਾਚ ਰਹੈ। ਉਸ ਤੋਂ ਬਾਅਦ ਫਿਰ ਜ਼ਿਕਰ ਕੀਤਾ ਕਿ ਇਹ ਸਾਰਾ ਕੁਛ ਕਰਨ ਤੋਂ ਬਾਅਦ ਸੱਚ ਮਹਿ ਆਛੈ ਸਾਚ ਰਹੇ। ਫਿਰ ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ। ਸੋ ਇਸ ਤਰ੍ਹਾਂ ਆਸਾ ਕੀ ਵਾਰ ਦੇ ਉਸ ਪਾਵਨ ਸ਼ਲੋਕ ਦੀ ਇੱਥੇ ਵਿਆਖਿਆ ਹੈ। ਕੋਈ ਕਿਸੇ ਨੂੰ ਅਵਤਾਰ ਮੰਨਦਾ ਸੀ, ਕੋਈ ਕਿਸੇ ਦੀ ਪੂਜਾ ਕਰਦਾ ਸੀ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਆਉਂਦਾ ਹੈ ਕਲਯੁਗ।
ਤਿੰਨਾਂ ਯੁੱਗਾਂ ਦੀ ਵਿਆਖਿਆ ਕਰਨ ਤੋਂ ਬਾਅਦ, ਤਿੰਨਾਂ ਵਰਨਾਂ ਦੀ ਵਿਆਖਿਆ ਕਰਨ ਤੋਂ ਬਾਅਦ ਫਿਰ ਅੱਗੇ 7ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜ਼ਿਕਰ ਕਰਦੇ ਹਨ ਕਲਯੁਗ ਦਾ ਕੀ ਰੂਪ ਹੈ। ਕਲਯੁਗ ਚੌਥਾ ਥਾਪਿਆ, ਸ਼ੂਦਰ ਬਿਰਤ ਜਗ ਮਹਿ ਵਰਤਾਈ। ਫਿਰ ਚੌਥਾ ਕਲਯੁਗ ਥਾਪਿਆ ਗਿਆ, ਜੋ ਅੱਜ ਦਾ ਇਹ ਕਲੀ ਕਾਲ ਦਾ ਭਿਆਨਕ ਸਮਾਂ ਹੈ। ਇਹਦੇ ਅੰਦਰ ਕੀ ਹੋਇਆ, ਸ਼ੂਦਰਾਂ ਦੀ ਬਿਰਤੀ ਜਿਹੜੀ ਉਹ ਸਾਰੇ ਪਾਸੇ ਸੰਸਾਰ ਦੇ ਵਿੱਚ ਵਰਤ ਗਈ। ਭਾਵ ਇਹ ਹੈ ਕਿ ਲੋਕ ਜਿਹੜੇ ਉਹ ਸ਼ੂਦਰ ਸੁਭਾਅ ਵਾਲੇ ਹੋ ਗਏ। ਹਾਲਾਂਕਿ ਗੁਰਮਤਿ ਦੇ ਅੰਦਰ ਕੋਈ ਸ਼ੂਦਰ ਨਹੀਂ ਹੈ, ਕੋਈ ਵੈਸ਼ ਨਹੀਂ। ਸਾਰੇ ਇੱਥੇ ਜੋ ਸਾਹਿਬ ਬਾਣੀ ਅੰਦਰ ਕਹਿੰਦੇ ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੇ ਤਾਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੈ, ਨਾ ਕਛ ਪੋਚ ਕੁੰਭਾਰੇ। ਪਰ ਫਿਰ ਵੀ ਕਲਯੁਗ ਦੇ ਅੰਦਰ ਜਦੋਂ ਸ਼ੂਦਰ ਬਿਰਤੀ ਜਿਹੜੀ ਉਹ ਲੋਕਾਂ ਦੀ ਮੰਨੀਏ ਤਾਂ ਮਾਫ ਕਰਿਓ ਮੈਂ ਜ਼ਿਕਰ ਕਰਾਂ, ਫਿਰ ਕਵਾਂ ਗੁਰਮਤਿ ਅੰਦਰ ਸ਼ੂਦਰ ਨਹੀਂ, ਪਰ ਜੋ ਸਮੇਂ ਦੇ ਲੋਕਾਂ ਗਿਆਨੀਆਂ ਨੇ ਵਰਨ ਵੰਡ ਕੀਤੀ ਕਿ ਸ਼ੂਦਰ ਜਿਹੜਾ ਉਹ ਨੀਚ ਕਰਮ ਕਰਦਾ ਹੈ, ਉਹ ਗੰਦਗੀ ਚੁੱਕਦਾ ਹੈ, ਉਹਦਾ ਕੰਮ ਹੈ ਗੰਦਗੀ ਸਾਫ਼ ਕਰਨੀ, ਉਹਦਾ ਕੰਮ ਹੈ ਗੰਦਗੀ ਚੁੱਕਣੀ, ਉਹਦਾ ਕੰਮ ਹੈ ਸਾਰੀ ਜ਼ਿੰਦਗੀ ਗੰਦਗੀ ਵਾਲੇ ਕਰਮ ਜਿਹੜੇ ਹਨ, ਕੰਮ ਜਿਹੜੇ ਹਨ, ਕਿੱਤੇ ਜਿਹੜੇ ਹਨ, ਉਹਨਾਂ ਨੂੰ ਅਪਣਾਉਣਾ। ਪਰ ਜੇ ਅਸੀਂ ਉਹਦੇ ਸਰੀਰ ਦੀ ਗੱਲ ਕਰੀਏ, ਉਹ ਸਰੀਰਕ ਤੌਰ 'ਤੇ ਉਹ ਨੀਵੇਂ ਕਰਮ ਜਿਹੜੇ ਉਹ ਸੰਸਾਰ 'ਤੇ ਕਰਦਾ। ਪਰ ਭਾਈ ਸਾਹਿਬ ਕਹਿੰਦੇ ਕਲਯੁਗ ਦੇ ਅੰਦਰ ਤਾਂ ਸਾਰੇ ਹੀ ਮਨੁੱਖ ਸ਼ੂਦਰ ਹੋ ਗਏ, ਕਿਉਂਕਿ ਹਰ ਇੱਕ ਮਨੁੱਖ ਦੀ ਬਿਰਤੀ ਜਿਹੜੀ ਉਹ ਮਾੜੀ ਮਲੀਨ ਹੋ ਗਈ। ਗੰਦਗੀ ਦਾ ਅਰਥ ਹੈ ਮਲੀਨਤਾ। ਹਰ ਇੱਕ ਮਨੁੱਖ ਦੀ ਬਿਰਤੀ ਮਲੀਨ ਹੋ ਗਈ। ਇਕੱਲੀ ਬਿਰਤੀ ਨਹੀਂ, ਉਹਦੀਆਂ ਅੱਖਾਂ ਵਿੱਚ ਮਲੀਨਤਾ, ਅੱਖਾਂ ਦੇ ਵਿੱਚ ਸੰਸਾਰ ਦੀਆਂ ਵਾਸ਼ਨਾ, ਕੰਨਾਂ ਦੇ ਵਿੱਚ ਮਲੀਨਤਾ, ਜ਼ੁਬਾਨ ਵਿੱਚ ਮਲੀਨਤਾ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਚੌਥਾ ਜਦੋਂ ਕਲਯੁਗ ਥਾਪਿਆ ਗਿਆ ਤਾਂ ਸ਼ੂਦਰ ਬਿਰਤੀ ਜਿਹੜੀ ਸੀ ਉਹ ਸਾਰੇ ਜਗਤ ਦੇ ਵਿੱਚ ਵਰਤ ਗਈ। ਕਰਮ ਸੋ ਰਿਗ ਜੁਜਰ ਸਿਆਮ ਕੇ ਕਰੇ ਜਗਤ ਰਿੱਧ ਬਹੁ ਸੁਖ ਚਾਈ। ਰਿਗ ਜੁਜਰ ਅਤੇ ਸ਼ਿਆਮ ਵੇਦ ਦੇ ਕਹੇ ਹੋਏ ਜਿਹੜੇ ਕਰਮ ਸੀ ਨਾ, ਰਿਗ ਵੇਦ ਨੇ, ਜੁਜਰ ਵੇਦ ਨੇ, ਸ਼ਿਆਮ ਵੇਦ ਨੇ, ਪਿਛਲੇ 3 ਯੁੱਗਾਂ ਦੇ ਵਿੱਚ ਜਿਹੜੇ ਜਿਹੜੇ ਵੀ ਕਰਮ ਧਰਮ ਦੇ ਜਿਹੜੇ ਲੋਕਾਂ ਨੂੰ ਕਰਨ ਲਈ ਕਹੇ ਸੀ, ਹੁਣ ਕਲਯੁਗ ਦੇ ਅੰਦਰ ਲੋਕ ਕੀ ਕਰਦੇ, ਕਰੇ ਜਗਤ ਬਹੁ ਰਿੱਧ ਸੁਖ ਚਾਈ। ਸੁਖਚਾਈ ਦਾ ਅਰਥ ਹੁੰਦਾ ਸੰਕੋਚ ਕਰਕੇ, ਥੋੜ੍ਹੀ ਸ਼ਰਮ ਕਰਕੇ। ਜਗਤ ਦੇ ਲੋਕ ਕਲਯੁਗ ਦੇ ਅੰਦਰ ਉਹਨਾਂ ਗ੍ਰੰਥਾਂ ਨੇ ਜਿਹੜੇ ਧਰਮ ਦੇ ਚੰਗੇ ਕਰਮ ਦੱਸੇ ਸੀ, ਉਹਨਾਂ ਨੂੰ ਕਰਨ ਵਿੱਚ ਬੜਾ ਸੰਕੋਚ ਕਰਦੇ ਨੇ। ਅੱਜ ਕਲਯੁਗੀ ਜੀਵ ਜਿਹੜੇ ਨੇ ਉਹ ਧਰਮ ਨੂੰ ਕਮਾਉਣ ਤੋਂ ਬੜਾ ਸੰਕੋਚ ਕਰਦੇ ਨੇ। ਸੰਕੋਚ ਦਾ ਅਰਥ ਹੁੰਦਾ ਜਿਵੇਂ ਆਪਾਂ ਕਹਿ ਦਈਏ ਥੋੜ੍ਹਾ ਹੱਥ ਘੁੱਟਣਾ, ਥੋੜ੍ਹਾ ਆਪਣੇ ਆਪ ਨੂੰ ਪਿਛਾਂਹ ਖਿੱਚਣਾ, ਜਾਂ ਥੋੜ੍ਹਾ ਜਿਹਾ ਸ਼ਰਮ ਜੀ ਮਹਿਸੂਸ ਕਰਨੀ। ਸੋ ਉਹਨਾਂ ਤਿੰਨਾਂ ਗ੍ਰੰਥਾਂ ਦੇ, ਤਿੰਨਾਂ ਯੁੱਗਾਂ ਦੇ ਜਿਹੜੇ ਸ੍ਰੇਸ਼ਟ ਕਰਮ ਸੀ, ਕਲਯੁਗ ਦੇ ਅੰਦਰ ਜੀਵ ਕਰਦਿਆਂ ਹੋਇਆਂ ਬਹੁਤ ਜ਼ਿਆਦਾ ਸੰਕੋਚ ਕਰਨ ਲੱਗੇ। ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਭਰਮਾਈ। ਇਸ ਸ੍ਰਿਸ਼ਟੀ ਨੇ ਮਾਇਆ ਮੋਹੀ, ਮਾਇਆ ਦੇ ਦੁਆਰਾ ਸਾਰਿਆਂ ਨੂੰ ਠੱਗ ਲਿਆ ਤੇ ਕੀ ਕੀਤਾ, ਮਾਇਆ ਮੋਹੀ ਮੇਦਨੀ। ਮੇਦਨੀ ਦਾ ਅਰਥ ਹੈ ਸਾਰੀ ਸ੍ਰਿਸ਼ਟੀ। ਮਾਇਆ ਰੂਪੀ ਮੋਹ ਨੇ ਜਾਂ ਮਾਇਆ ਨੇ ਆਪਣੀ ਮੋਹ ਠਗੌਲੀ ਦੇ ਕਰਕੇ, ਮੋਹ ਰੂਪੀ ਉਹ ਠੱਗ ਬੂਟੀ ਦੇ ਕਰਕੇ ਸਾਰੀ ਸ੍ਰਿਸ਼ਟੀ ਜਿਹੜੀ ਸੀ ਇਹਨੂੰ ਆਪਣੇ ਮੋਹ ਦੇ ਵਿੱਚ ਕਰ ਲਿਆ। ਕਲ ਕਲ ਵਾਲੀ ਸਭ ਭਰਮਾਈ। ਇਹ ਕਲਹ ਵਾਲੀ ਕਿਰਿਆ ਜਿਹੜੀ ਸੀ, ਕਲਯੁਗ ਦੇ ਅੰਦਰ ਕਲਹ ਵਾਲੀ ਕਿਰਿਆ ਤੇ ਕਲਹ ਵਾਲੀ ਕਿਰਿਆ ਦਾ ਅਰਥ ਹੁੰਦਾ ਲੜਾਈ ਝਗੜਾ। ਆਪਾਂ ਕਹਿੰਦੇ ਕਲਹ ਨਾ ਕਰੋ, ਪੁਰਾਣੇ ਸ਼ਬਦ ਕਲਹ ਦਾ ਅਰਥ ਹੁੰਦਾ ਲੜਾਈ। ਇਹ ਲੜਾਈ ਵਾਲੀ ਕਿਰਿਆ ਜਿਹੜੀ ਸੀ, ਸਾਰਾ ਜਗਤ ਜਿਹੜਾ ਸੀ ਇਹਦੇ 'ਚ ਭਰਮ ਗਿਆ। ਹਰ ਮਨੁੱਖ ਜਿਹੜਾ ਉਹ ਲੜਦਾ ਹੈ, ਕੋਈ ਕਿਸੇ ਨਾਲ ਲੜ ਰਿਹਾ, ਕੋਈ ਆਪਣੇ ਆਪ ਨਾਲ ਲੜੀ ਜਾਂਦਾ ਹੈ, ਕੋਈ ਪਦਾਰਥਾਂ ਨਾਲ ਲੜਦਾ ਹੈ, ਕੋਈ ਮਾਇਆ ਨਾਲ ਲੜਦਾ ਹੈ, ਕੋਈ ਆਪਣੀਆਂ ਵਾਸ਼ਨਾ ਨਾਲ ਲੜਦਾ ਪਿਆ ਹੈ, ਕੋਈ ਆਪਣੇ ਔਗਣਾ ਗੁਣਾਂ ਨਾਲ ਹੀ ਲੜੀ ਜਾਂਦਾ ਹੈ, ਕੋਈ ਆਪਣੀ ਈਰਖਾ ਦੁਐਖ ਦੇ ਵਿੱਚ ਸੜੀ ਜਾਂਦਾ ਹੈ। ਸੋ ਇਸ ਤਰ੍ਹਾਂ ਕਲਯੁਗ ਦੇ ਅੰਦਰ ਮਾਇਆ ਨੇ ਉਸ ਬੂਟੀ ਦੇ ਦੁਆਰਾ ਸਾਰਿਆਂ ਨੂੰ ਠੱਗਿਆ ਤੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਸੀ ਇਹਨੂੰ ਭਰਮਾ ਦਿੱਤਾ। ਉੱਠੀ ਗਿਲਾਨ ਜਗਤ ਵਿੱਚ ਹਉਮੈ ਅੰਦਰ ਜਲੈ ਲੁਕਾਈ। ਤੇ ਜਗਤ ਦੇ ਵਿੱਚ ਇੱਕ ਗਿਲਾਨੀ ਉੱਠੀ। ਗਿਲਾਨੀ ਦਾ ਅਰਥ ਹੁੰਦਾ ਜਿਵੇਂ ਆਪਾਂ ਕਿਸੇ ਤੋਂ ਗਿਲਾਨੀ ਕਰਨੀ, ਜਿਵੇਂ ਕਈ ਦਫਾ ਵੱਡਾ ਮਨੁੱਖ ਛੋਟੇ ਤੋਂ ਗਿਲਾਨੀ ਕਰਦਾ ਹੈ, ਜਾਂ ਇੰਝ ਗਿਲਾਨੀ ਦਾ ਅਰਥ ਕਵਾਂ ਤਾਂ ਕਿਸੇ ਥਾਂ ਦੇ ਉੱਤੇ ਗੰਦਗੀ ਪਈ ਹੋਵੇ, ਆਪਾਂ ਥੋੜ੍ਹੀ ਜਿਹੀ ਗਿਲਾਨੀ ਜੀ ਕਰਦੇ ਹਾਂ, ਭਾਵ ਮਨ ਦੇ ਵਿੱਚ ਮੰਦਰੇ ਖਿਆਲ ਜਿਹੜੇ ਨੇ ਆਉਂਦੇ ਨੇ, ਉਸ ਤੋਂ ਪਿਛਾਂਹ ਜਿਹਾ ਹਟਦੇ ਹਾਂ, ਫਿਰ ਕਹਿ ਦਈਏ ਉਹ ਤੋਂ ਨਫ਼ਰਤ ਜੀ ਕਰਨੀ, ਜੋ ਆਪਾਂ ਇੱਕ ਸੱਭਿਅਕ ਅਰਥ ਦੇ ਵਿੱਚ ਕਵਾਂ ਤਾਂ ਗਿਲਾਨੀ ਜਿਵੇਂ ਕਿਸੇ ਤੋਂ ਨਫ਼ਰਤ ਜੀ ਕਰਨੀ, ਭਾਵੇਂ ਕੋਈ ਮਾੜੀ ਜਗ੍ਹਾ ਹੈ, ਮਾੜਾ ਮਨੁੱਖ ਹੈ। ਤਾਂ ਕਲਯੁਗ ਦੇ ਅੰਦਰ ਕੀ ਹੋ ਗਿਆ, ਉੱਠੀ ਗਿਲਾਨ ਜਗਤ ਵਿੱਚ
ਹਰ ਇੱਕ ਮਨੁੱਖ ਦੇ ਅੰਦਰ ਇਸ ਸਮੇਂ ਗਿਲਾਨੀ ਉੱਠੀ, ਇੱਕ ਦੂਜੇ ਤੋਂ ਨਫ਼ਰਤ ਸ਼ੁਰੂ ਹੋਈ, ਇੱਕ ਦੂਜੇ ਤੋਂ ਗਿਲਾਨੀ ਅੰਦਰ ਜਿਹੜੀ ਸੀ ਉਹ ਸ਼ੁਰੂ ਹੋ ਗਈ ਤੇ ਹਉਮੈ ਅੰਦਰ ਜਲੈ ਲੋਕਾਈ। ਸਾਰੀ ਲੋਕਾਈ ਸ੍ਰਿਸ਼ਟੀ ਜਿਹੜੀ ਉਹ ਇਸ ਹਉਮੈ ਦੇ ਅੰਦਰ ਜਲਣ ਲੱਗੀ। ਹਰ ਇੱਕ ਮਨੁੱਖ ਦੇ ਅੰਦਰ ਹਉਮੈ ਦੀ ਅੱਗ ਜਿਹੜੀ ਸੀ, ਅਹੰਕਾਰ ਦੀ ਅੱਗ ਜਿਹੜੀ ਸੀ ਉਹ ਬਲਣ ਲੱਗੀ ਤੇ ਸਾਰਾ ਸੰਸਾਰ ਇਹਦੇ ਵਿੱਚ ਜਲਣ ਲੱਗਾ। ਕੋਏ ਨਾ ਕਿਸੈ ਪੂਜਦਾ, ਊਚ ਨੀਚ ਸਭ ਗਤ ਬਿਸਰਾਈ। ਕੋਈ ਕਿਸੇ ਨੂੰ ਨਹੀਂ ਸੀ ਮੰਨਦਾ, ਅੱਜ ਵੀ ਨਹੀਂ ਮੰਨਦਾ। ਉੱਚੇ ਨੀਵੇਂ ਵਾਲੀ ਜਿਹੜੀ ਬਿਰਤੀ ਸੀਗੀ ਉਹਨੂੰ ਵਿਸਾਰ ਦਿੱਤਾ। ਹੁਣ ਇਹਨੂੰ ਥੋੜ੍ਹਾ ਜਿਹਾ ਖੋਲ੍ਹੀਏ ਤਾਂ ਇਹਦਾ ਅਰਥ ਇਹ ਨਹੀਂ ਕਿ ਜੋ ਪਹਿਲੇ ਯੁੱਗਾਂ ਦੇ ਵਿੱਚ ਉੱਚੇ ਤੇ ਨੀਵੇਂ ਵਾਲਾ ਭੇਦਭਾਵ ਸੀ ਕਿ ਬ੍ਰਾਹਮਣ ਉੱਚਾ ਸੀ, ਸ਼ੂਦਰ ਨੀਵਾਂ ਸੀ, ਤੇ ਕਲਯੁੱਗ ਦੇ ਅੰਦਰ ਲੋਕਾਂ 'ਚੋਂ ਬਿਰਤੀ ਵਿਸਰ ਗਈ। ਫਿਰ ਤੇ ਬਹੁਤ ਚੰਗਾ ਹੋ ਜਾਏਗਾ ਜੇ ਇਸ ਤਰ੍ਹਾਂ ਹੋ ਜਾਏ, ਪਰ ਉਹ ਬਿਰਤੀ ਨਹੀਂ ਲੋਕਾਂ 'ਚੋਂ ਵਿਸਰੀ। ਊਚ ਨੀਚ ਦਾ ਭਾਵ ਹੈ ਜਿਹੜਾ ਉੱਚਾ ਹੈ ਉਹ ਨੀਵੇਂ ਨੂੰ ਸਤਿਕਾਰ ਦੇਣਾ ਭੁੱਲ ਗਿਆ। ਪੁਰਾਣੇ ਸਮੇਂ ਜਿਹੜਾ ਵੱਡਾ ਹੁੰਦਾ ਸੀ ਉਹ ਆਪਣੇ ਤੋਂ ਛੋਟਿਆਂ ਨੂੰ ਬਹੁਤ ਪਿਆਰ ਕਰਦਾ ਸੀ, ਪਰ ਹੁਣ ਕਲਯੁੱਗ ਦਾ ਸਮਾਂ ਵੇਖਦੇ ਹਾਂ, ਐਸੇ ਰਿਸ਼ਤੇ ਨਾਤੇ ਬਣ ਗਏ ਕਿ ਘਰ ਦੇ ਅੰਦਰ ਵੱਡੇ ਸਤਿਕਾਰਯੋਗ ਜਿਹੜੇ ਰਿਸ਼ਤੇ ਨੇ ਉਹਨਾਂ ਦਾ ਹੀ ਸਤਿਕਾਰ ਉਹ ਬੱਚਿਆਂ ਨੂੰ ਉਹ ਪਿਆਰ ਨਹੀਂ ਦਿੰਦੇ, ਤੇ ਬੱਚੇ ਜਿਹੜੇ ਨੇ ਉਹ ਬਜ਼ੁਰਗਾਂ ਨੂੰ ਪਿਆਰ ਨਹੀਂ ਦਿੰਦੇ ਪਏ। ਭਾਵ ਨੀਵਿਆਂ ਨੇ ਵੱਡਿਆਂ ਦਾ ਸਤਿਕਾਰ ਕਰਨਾ ਜਿਹੜਾ ਛੱਡ ਦਿੱਤਾ। ਉਹ ਕਹਿੰਦੇ ਵੀ ਤਾਂ ਸਾਡੇ ਵਰਗੇ ਹੀ ਨੇ, ਤੇ ਜਿਹੜੇ ਵੱਡੇ ਨੇ ਉਹ ਨੀਵਿਆਂ ਨੂੰ ਕੁਛ ਨਹੀਂ ਸਮਝਦੇ। ਇਸ ਤਰ੍ਹਾਂ ਦਾ ਮਾਹੌਲ ਸੰਸਾਰ ਨੇ ਸਾਜ ਦਿੱਤਾ ਕਿ ਪੁੱਤਰ ਤੇ ਪਿਤਾ ਆਪਸ ਦੇ ਵਿੱਚ ਕਹਿੰਦੇ ਨੇ ਅਸੀਂ ਇੱਕ ਦੂਜੇ ਦੇ ਬੜੇ ਕਲੋਜ਼ ਫਰੈਂਡ ਹਾਂ, ਬੜੇ ਨਜ਼ਦੀਕੀ ਦੋਸਤ ਮਿੱਤਰ ਹਾਂ ਅਸੀਂ ਇੱਕ ਦੂਜੇ ਦੇ। ਇਸ ਤਰ੍ਹਾਂ ਦੀ ਬਿਰਤੀ ਬਣ ਗਈ। ਜਿੱਥੇ ਹੁਣ ਇਸ ਤਰ੍ਹਾਂ ਦੀਆਂ ਬਿਰਤੀਆਂ ਬਣਨਗੀਆਂ ਉੱਥੇ ਕੀ ਰਿਸ਼ਤਾ ਤੇ ਕੀ ਕਿਸੇ ਤਰ੍ਹਾਂ ਦਾ ਪਿਆਰ ਮੁਹੱਬਤ ਰਹਿ ਜਾਏਗਾ, ਉੱਥੇ ਫਿਰ ਦੋਸਤੀ ਭਾਵਰਥੀ ਰਹਿ ਜਾਏਗਾ। ਸੋ ਇਸ ਤਰ੍ਹਾਂ ਕਲਯੁੱਗ ਦੇ ਅੰਦਰ ਉੱਚੀ ਨੀਵੀਂ ਬਿਰਤੀ ਜਿਹੜੀ ਸੀ, ਭਾਵ ਉੱਚੇ ਨੂੰ ਸਤਿਕਾਰ ਦੇਣਾ, ਉੱਚਿਆਂ ਨੇ ਨੀਵਿਆਂ ਦਾ ਇੱਜ਼ਤ ਮਾਣ ਕਰਨਾ, ਇਹ ਸਾਰਾ ਕੁਝ ਜਿਹੜਾ ਇਹ ਵਿਸਰ ਗਿਆ। ਇਸ ਤਰ੍ਹਾਂ ਹੋ ਗਿਆ ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਘਰ ਘਰ ਹੋਏ ਬਹਾਂਗੇ ਰਾਮਾ। ਘਰ ਘਰ ਦੇ ਵਿੱਚ ਖੁਦਾ ਹੋ ਕੇ ਬਹਿ ਗਏ, ਘਰ ਘਰ ਵਿੱਚ ਅਵਤਾਰ ਹੋ ਕੇ ਬਹਿ ਗਏ। ਭਏ ਬੇਅਦਲੀ ਪਾਤਸ਼ਾਹ ਕਲ ਕਾਤੀ ਉਮਰਾਏ ਕਸਾਈ। ਫਿਰ ਕਲਯੁੱਗ ਦਾ ਕੀ ਵਰਤਾਰਾ ਵਰਤ ਗਿਆ ਕਿ ਪਾਤਸ਼ਾਹ ਜਿਹੜੇ ਸਨ ਉਹ ਅਨਿਆਈ ਹੋ ਗਏ। ਜਦੋਂ ਕਲਯੁੱਗ ਦਾ ਪਸਾਰਾ ਅੱਗਾਂ ਚੱਲ ਕੇ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਸਮੇਂ ਜੋ ਇਸ ਧਰਤੀ ਦੇ ਹਾਲਤ ਸੀ ਉਹਦੇ ਵਿੱਚ ਸਾਰਾ ਭਾਈ ਸਾਹਿਬ ਜੀ ਖੁਲਾਸਾ ਕਰਨਗੇ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਉਸ ਵਕਤ ਕੀ ਦੁਰਦਸ਼ਾ ਸੀ ਇਸ ਧਰਤੀ ਦੀ ਉਹ ਜ਼ਿਕਰ ਕਰਨਗੇ, ਪਰ ਇੱਥੇ ਸਿਰਫ ਇਸ਼ਾਰਾ ਕਰਦੇ ਪਾਤਸ਼ਾਹ ਜਿਹੜੇ ਅਨਿਆਈ ਹੋ ਗਏ। ਕਲ ਕਾਤੀ, ਕਲਯੁੱਗ ਕੈਂਚੀ ਦੀ ਤਰ੍ਹਾਂ ਹੋ ਗਿਆ, ਤੇ ਮੁਸਾਹਿਬ ਜਿਹੜੇ ਸਨ ਉਹ ਉਮਰਾਵ ਜਿਹੜੇ ਸਨ ਉਹ ਕਸਾਈ ਹੋ ਗਏ। ਭਾਵ ਕਿ ਪਰਜਾ ਰੂਪ ਬੱਕਰੀ ਨੂੰ ਕੋਹਣ ਲੱਗ ਪਏ। ਰਹਿਆ ਤਪਾਵਸ ਤ੍ਰਿਹੋ ਜੁਗੀ, ਚੌਥੇ ਯੁੱਗ ਜੋ ਦੇ ਸੋ ਪਾਈ। ਅਖੀਰ ਕਹਿੰਦੇ ਤਿੰਨਾਂ ਯੁੱਗਾਂ ਦਾ ਧਰਮ ਜਿਹੜਾ ਸੀ ਉਹ ਰਹਿ ਗਿਆ, ਕਿਉਂਕਿ ਪਹਿਲੇ ਸਤਯੁੱਗ ਦੇ ਅੰਦਰ ਲੱਖ ਵਰਿਆਂ ਦੀ ਆਰਜਾ, ਤ੍ਰੇਤੇ 'ਚ ਉਹ 9 ਵਰੇ ਘਟ ਗਈ। ਫਿਰ ਉਸ ਤੋਂ ਬਾਅਦ ਦੁਆਪਰ ਆਇਆ, ਉਹ ਫਿਰ 9 ਹਿੱਸੇ ਘਟ ਗਈ। ਫਿਰ ਹੁਣ ਕਲਯੁੱਗ ਦੇ ਅੰਦਰ ਉਮਰ ਦਾ ਤੇ ਤਕਾਜ਼ਾ ਹੀ ਕੋਈ ਨਹੀਂ, ਇੱਕ ਸਾਹ ਤੋਂ ਬਾਅਦ ਅਗਲਾ ਆਵੇ ਕਿ ਨਾ ਆਵੇ। ਪਰ ਉਹ 3 ਯੁੱਗਾਂ ਦੇ ਜਿਹੜੇ ਧਰਮ ਦਿੱਤੇ ਗਏ ਸੀ, ਧਰਮ ਗ੍ਰੰਥਾਂ ਦੇ ਅਸੂਲ ਸੀ, ਜਾਂ ਮਨੁੱਖ ਦੇ ਅੰਦਰ ਸ਼ੁਭ ਆਚਰਣ ਸੀ, ਸ੍ਰੇਸ਼ਟਾਚਾਰ ਸੀ, ਜੋ ਮਨੁੱਖ ਦੇ ਅੰਦਰ ਉੱਚਾ ਸੁੱਚਾ ਜੀਵਨ ਦਾ ਆਚਰਣ ਸੀ, ਉਹ ਰਹਿਆ ਤਪਾਵਸ ਤ੍ਰਿਹੋ ਜੁਗੀ। ਉਹ ਤਿੰਨਾਂ ਯੁੱਗਾਂ ਦਾ ਉਹ ਸਾਰਾ ਤਪੱਸਿਆ ਕਰਨ ਦਾ ਸੁਭਾਵ ਜਿਹੜਾ ਬਿਲਕੁਲ ਮਨੁੱਖ ਦੇ ਅੰਦਰੋਂ ਖਤਮ ਹੋ ਗਿਆ। ਚੌਥੇ ਯੁੱਗ ਜੋ ਦੇ ਸੋ ਪਾਈ। ਹੁਣ ਕਲਯੁੱਗ ਦੇ ਅੰਦਰ ਮਨੁੱਖ ਚੌਥੇ ਯੁੱਗ 'ਚ ਕੀ ਕਰਦਾ, ਜੋ ਦੇ ਰਿਹਾ ਕਿਸੇ ਨੂੰ, ਭਾਵ ਉਹੀ ਅੱਗੋਂ ਪਾ ਰਿਹਾ। ਮੈਂ ਤੈਨੂੰ ਕੁਛ ਦੇ ਰਿਹਾ, ਤੂੰ ਮੈਨੂੰ ਦੇ, ਜੋ ਦੇ ਸੋ ਪਾਈ। ਫਿਰ ਜੋ ਮਨੁੱਖ ਕਿਸੇ ਨੂੰ ਦੇ ਰਿਹਾ ਉਹੀ ਅੱਗੋਂ ਪ੍ਰਾਪਤ ਹੋ ਰਿਹਾ, ਜੋ ਦੇ ਸੋ ਪਾਈ। ਜੇ ਹੋਰ ਖੋਲ੍ਹ ਕੇ ਕਵਾਂ, ਪਹਿਲਾ ਸਮਾਂ ਸੀ ਜੇ ਮਨੁੱਖ ਕਿਸੇ ਦਾ ਬੁਰਾ ਵੀ ਕਰ ਦਿੰਦਾ ਸੀ ਤਾਂ ਵੀ ਸਾਹਮਣੇ ਵਾਲਾ ਉਹਦਾ ਭਲਾ ਕਰ ਲੈਂਦਾ ਸੀ। ਜੇ ਮਨੁੱਖ ਨੇ ਕਿਸੇ ਦਾ ਭਲਾ ਕਰਨਾ ਤੇ ਸਾਹਮਣੇ ਵਾਲਾ ਉਹਦਾ ਭਲਾ ਕਰ ਦਿੰਦਾ ਸੀ। ਫਿਰ ਇਸ ਤਰ੍ਹਾਂ ਵੀ ਸੀ, ਜੇ ਕਿਸੇ ਦਾ ਭਲਾ ਕਰਨਾ ਉਹਨੇ ਬੁਰਾ ਕਰ ਦੇਣਾ, ਜੇ ਬੁਰਾ ਕਰਨਾ ਉਹਨੇ ਭਲਾ ਕਰ ਦੇਣਾ। ਭਾਵ ਕਈ ਵਾਰ ਜੋ ਦਿੰਦੇ ਸੀ ਉਹ ਨਹੀਂ ਸੀ ਵਾਪਸ ਮਿਲਦਾ। ਹੁਣ ਸਮਾਂ ਕੀ ਹੈ, ਜੇ ਤੁਸੀਂ ਕਿਸੇ ਦਾ ਭਲਾ ਕਰ ਲਿਆ ਤੁਹਾਨੂੰ ਭਲਾ ਹੋ ਜਾਏਗਾ, ਜੇ ਤੁਸੀਂ ਬੁਰਾ ਕਰੋਗੇ ਬੁਰਾ ਹੋ ਜਾਏਗਾ। ਭਾਵ ਐਸਾ ਨਹੀਂ ਕਿ ਜੇ ਬਾਈ ਚਾਂਸ ਕਿਤੇ ਤੁਹਾਡੇ ਤੋਂ ਕਿਸੇ ਦਾ ਬੁਰਾ ਹੋ ਗਿਆ, ਨਾ ਚਾਹੁੰਦਿਆਂ ਹੋਇਆਂ ਬੁਰਾ ਹੋ ਗਿਆ, ਤੇ ਸਾਹਮਣੇ ਵਾਲਾ ਤੁਹਾਡਾ ਭਲਾ ਕਰੇ। ਉਹਨੇ ਨਹੀਂ ਦੇਖਣਾ ਕਿ ਤੁਸੀਂ ਅਣਜਾਣੇ 'ਚ ਉਹਦਾ ਬੁਰਾ ਕੀਤਾ। ਉਹ ਇੱਕ ਗੱਲ ਤੇ ਅੜ ਜਾਂਦਾ ਹੈ,
ਤੁਸੀਂ ਮੇਰਾ ਬੁਰਾ ਕੀਤਾ, ਮੈਂ ਵੀ ਤੁਹਾਡਾ ਬੁਰਾ ਕਰਾਂਗਾ। ਸੋ ਇਸ ਤਰ੍ਹਾਂ ਜੋ ਦੇ ਰਿਹਾ ਮਨੁੱਖ, ਉਹੀ ਇਸ ਕਲਯੁਗ ਦੇ ਸਮੇਂ ਦੇ ਅੰਦਰ ਮਨੁੱਖ ਜਿਹੜਾ ਪ੍ਰਾਪਤ ਕਰਦਾ। ਕਰਮ ਭ੍ਰਿਸ਼ਟ ਸਭ ਭਈ ਲੋਕਾਈ। ਇਸ ਤਰ੍ਹਾਂ ਸਾਰੀ ਲੋਕਾਈ ਜਿਹੜੀ ਸੀ ਕਰਮ ਭ੍ਰਿਸ਼ਟ ਹੋ ਗਈ। ਸਾਰੀ ਦੁਨੀਆ ਜਿਹੜੀ ਕਰਮਾਂ ਕਰਕੇ ਭ੍ਰਿਸ਼ਟ ਹੋ ਜਾਣਾ, ਕਰਮਾਂ ਕਰਕੇ ਗਿਰ ਜਾਣਾ, ਪਾਪ ਗਰਾਸੀ ਪ੍ਰਿਥਵੀ ਵਾਲੀ ਅਵਸਥਾ ਆ ਜਾਣੀ। ਸਾਰੀ ਦੁਨੀਆ ਜਿਹੜੀ ਉਹਨਾਂ ਦੇ ਸ਼ੁਭ ਕਰਮ ਜਿਹੜੇ ਉਹ ਪਿੱਟੇ ਗਏ ਨੇ, ਸ਼ੁਭ ਕਰਮ ਜਿਹੜੇ ਉਹ ਭ੍ਰਿਸ਼ਟ ਹੋ ਗਏ ਨੇ। ਇਸ ਤਰ੍ਹਾਂ ਭਾਈ ਸਾਹਿਬ ਜੀ ਜ਼ਿਕਰ ਕਰਦੇ ਸਾਰੀ ਲੋਕਾਈ ਕਲਯੁਗ ਦੇ ਅੰਦਰ, ਕਲੀ ਕਾਲ ਦੇ ਅੰਦਰ ਵਾਸ਼ਨਾ ਗ੍ਰਸ ਹੋ ਗਈ। ਤਿੰਨਾਂ ਯੁੱਗਾਂ ਦੇ ਧਰਮ ਕਰਮ ਜਿਹੜੇ ਉਹ ਮਨੁੱਖ ਦੇ ਅੰਦਰੋਂ ਖਤਮ ਹੋ ਗਏ। ਤਾਤਪਰਯ ਭਾਈ ਸਾਹਿਬ ਜੀ ਦਾ ਕਹਿਣ ਦਾ ਇੱਥੇ ਇਹ ਹੈ ਕਿ ਸ਼ੁਭ ਕਰਮਾਂ ਤੋਂ ਸਾਰੇ ਮਨੁੱਖ ਜਿਹੜੇ ਅੱਜ ਸਖਣੇ ਹੋ ਗਏ ਨੇ, ਅੱਜ ਹੀਣੇ ਹੋ ਗਏ ਨੇ। ਸੋ ਇੱਥੇ ਪਹਿਲੀ ਵਾਰ ਦੀਆਂ ਪਾਵਨ 7 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਅਗਾਂਹ ਫਿਰ 8ਵੀਂ ਪੌੜੀ ਦੇ ਅੰਦਰ ਜੋ ਸ਼ਾਸਤਰਾਂ ਦਾ ਵਰਣਨ ਕਰਨਗੇ। ਪਹਿਲਾਂ ਇਸ ਯੁੱਗਾਂ ਦਾ ਵਰਣ, ਸ੍ਰਿਸ਼ਟੀ ਦਾ ਵਰਣ, ਉਸ ਤੋਂ ਪਹਿਲਾਂ ਸਰੀਰ ਦਾ ਵਰਣ ਵੀ ਕੀਤਾ। ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਸੋ ਇਸ ਤਰ੍ਹਾਂ ਅਗਲੀਆਂ ਪੌੜੀਆਂ ਅੰਦਰ ਵੀ ਇਹ ਜ਼ਿਕਰ ਕਰਨਗੇ ਭਾਈ ਸਾਹਿਬ। ਸੋ ਸਮਾਂ ਸੰਪੰਨ ਹੈ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼, ਨਿਵਾਜਨਾ ਕਰਨ। ਰਹਿਆ ਤਪਾਵ ਸਤ੍ਰਿਹੋਂ ਜੁਗੀ, ਚੌਥੇ ਜੁਗ ਜੋ ਦੇ ਸੋ ਪਾਈ। ਕਰਮ ਭ੍ਰਿਸ਼ਟ ਸਭ ਭਈ ਲੋਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।